सत श्री अकाल दोस्तों, तुसी वेख रहे हो डोर स्टैप एजुकेशन पॉइंट। उम्मीद है तुसी सारे वधिया होवोगे। सो दोस्तों, अज की अपनी जिहड़ी वीडियो है ये वीडियो नंबर 17 है, जिथे आपां पंजाबी पैडागोजी के कुछ प्रश्नों को डिस्कस करांगे जिहड़े कि तुहाडी रीड के प्रीवियस ईयर के विचों ये जिहड़े प्रश्न ने जी उत्थों लए गए ने। सो आपां सारे ही प्रश्नों को बहुत ही चंगी तरह डिस्कस करते हुए चलांगे। सो दोस्तों, वीडियो शुरू करने तो पहला छेती छेती तुसी इस वीडियो को लाइक कर दो जी, तो जेकर तुसी अपने चैनल को सबसक्राइब नहीं किया है तो प्लीज़ इन्हू सबसक्राइब कर लियो जी, तो आने वाली वीडियोज़ को मिस ना करने लई ਜਿਹੜਾ ਬੈਲ ਆਈਕਨ ਹੈ ਤੁਸੀਂ ਉਹਨੂੰ ਵੀ ਪ੍ਰੈਸ ਜ਼ਰੂਰ ਕਰ ਲਿਓ। ਸੋ ਦੋਸਤੋ, ਇਸ ਸੈਸ਼ਨ ਦੀ ਪੀਡੀਐਫ ਨੂੰ ਪ੍ਰਾਪਤ ਕਰਨ ਲਈ ਤੁਸੀਂ ਜਿਹੜਾ ਆਪਣਾ ਟੈਲੀਗ੍ਰਾਮ ਚੈਨਲ ਹੈ ਜਿਹਦਾ ਨਾਮ ਹੈ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਵੀ ਜੁਆਇਨ ਕਰ ਸਕਦੇ ਹੋ। ਤੇ ਦੋਸਤੋ, ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਇੱਥੇ ਤੁਹਾਡੇ 15 ਦੇ ਵਿੱਚੋਂ ਕਿੰਨੇ ਨੰਬਰ ਆਏ ਨੇ ਜੀ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ। ਸੋ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਕਿ ਤੁਸੀਂ ਐਕਟਿਵਲੀ ਸੈਸ਼ਨ ਨੂੰ ਵੇਖ ਰਹੇ ਹੋ। ਸੋ ਅੱਜ ਦਾ ਜਿਹੜਾ ਆਪਣਾ ਪਹਿਲਾ ਪ੍ਰਸ਼ਨ ਹੈ ਇਸ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਜਿਹੜਾ ਪਹਿਲਾ ਪ੍ਰਸ਼ਨ ਹੈ, ਉੱਚ ਪੱਧਰੀ ਸਿੱਖਿਆ ਵਿੱਚ ਕਵਿਤਾ ਲਈ ਕਿਹੜੀ ਢੁਕਵੀਂ ਵਿਧੀ ਹੈ। ਸੋ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਉੱਚ ਪੱਧਰੀ ਸਿੱਖਿਆ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ, ਠੀਕ ਹੈ ਜੀ। ਸੋ ਮਤਲਬ ਇਹ ਕਿ ਪ੍ਰਾਇਮਰੀ ਲੈਵਲ ਦੀ ਗੱਲ ਨਹੀਂ ਕੀਤੀ ਜਾ ਰਹੀ। ਸੋ ਇੱਥੇ ਕੁਝ ਸੀਨੀਅਰ ਬੱਚੇ ਹੋਣਗੇ। ਸੋ ਇੱਥੇ ਜਿਵੇਂ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚੇ ਦੀ ਜਿਹੜੀ ਗੱਲ ਹੈ ਜੀ ਉਹ ਇੱਥੇ ਕੀਤੀ ਜਾ ਰਹੀ ਹੈ। ਸੋ ਇਹਨਾਂ ਲਈ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਕਵਿਤਾ ਪੜ੍ਹਾਓਗੇ, ਠੀਕ ਹੈ ਜੀ। ਸੋ ਜਦੋਂ ਵੀ ਤੁਸੀਂ ਉਹਨਾਂ ਨੂੰ ਜਦੋਂ ਵੀ ਕੋਈ ਕਵਿਤਾ ਪੜ੍ਹਾ ਰਹੇ ਹੋ, ਸੋ ਤੁਸੀਂ ਉਹਨਾਂ ਨੂੰ ਕਿਹੜੀ ਵਿਧੀ ਨਾਲ ਪੜ੍ਹਾ ਸਕਦੇ ਹੋ? ਤੁਲਨਾ ਵਿਧੀ ਨਾਲ, ਸਮੀਖਿਆ ਵਿਧੀ ਨਾਲ, ਤੁਲਨਾ ਅਤੇ ਸਮੀਖਿਆ ਵਿਧੀ ਦੋਵਾਂ ਨਾਲ, ਜਾਂ ਫਿਰ ਨਾਟ ਵਿਧੀ ਨਾਲ, ਠੀਕ ਹੈ ਜੀ। ਸੋ ਦੋਸਤੋ, ਦੱਸੋ ਵੀ ਕਿਹੜੀ ਆਪਸ਼ਨ ਹੈ ਜੀ ਉਹ ਸਹੀ ਹੋ ਸਕਦੀ ਹੈ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਕਿ ਤੁਲਨਾ ਵਿਧੀ ਹੋ ਸਕਦੀ ਹੈ। ਹਾਂ, ਕੁਝ ਹੱਦ ਤੱਕ ਆਪਾਂ ਮੰਨ ਲੈਂਦੇ ਹਾਂ ਕਿ ਠੀਕ ਹੈ ਵੀ ਤੁਲਨਾ ਕਰਕੇ ਦੱਸਾਂਗੇ। ਸਮੀਖਿਆ ਵਿਧੀ ਜਿਹਦੇ ਵਿੱਚ ਆਪਾਂ ਐਨਾਲਾਈਸਿਸ ਵਗੈਰਾ ਇਹਦੇ ਵਿੱਚ ਵੀ ਕਰਾਂਗੇ, ਠੀਕ ਹੈ ਜੀ। ਸੋ ਕੀ ਜਾਂ ਫਿਰ ਦੋਵੇਂ ਹੀ ਆਉਣਗੇ, ਵੀ ਐਨਾਲਾਈਸਿਸ ਵੀ ਕਰਾਂਗੇ ਤੇ ਕੰਪੈਰੀਜ਼ਨ ਵੀ ਦੋਵੇਂ ਕਰਕੇ ਹੀ ਆਪਾਂ ਬੱਚਿਆਂ ਨੂੰ ਸਮਝਾਵਾਂਗੇ, ਜਾਂ ਫਿਰ ਆਪਾਂ ਇੱਕ ਮੰਚ ਬਣਾ ਦਾਂਗੇ ਜਿੱਥੇ ਨਾ ਕੋਈ ਵੀ ਕਹਾਣੀ ਹੈ, ਮੰਨ ਕੇ ਚਲੋ ਵੀ ਕਵਿਤਾ ਦੇ ਵਿੱਚ ਕੋਈ ਨਾ ਕੋਈ ਤਾਂ ਸਟੋਰੀ ਹੋਏਗੀ ਜਾਂ ਫਿਰ ਕੋਈ ਵੀ ਥੀਮ ਹੋਊਗਾ, ਵੀ ਆਪਾਂ ਉਹਨੂੰ ਸਟੇਜ ਦੇ ਉੱਤੇ ਲਿਜਾ ਕੇ ਬੱਚਿਆਂ ਨੂੰ ਕਹਾਂਗੇ ਕਿ ਠੀਕ ਆ ਜੀ ਤੁਸੀਂ ਨਾਟ ਇਹਦਾ ਇੱਕ ਤਿਆਰ ਕਰੋ। ਸੋ ਉਹਦੇ ਰਾਹੀਂ ਤੁਸੀਂ ਬੱਚਿਆਂ ਨੂੰ ਪੜ੍ਹਾਓਗੇ। ਸੋ ਇੱਥੇ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਸੀ, ਕਿ ਤੁਲਨਾ ਅਤੇ ਸਮੀਖਿਆ ਵਿਧੀ ਰਾਹੀਂ ਜਿਹੜਾ ਆਪਾਂ ਕਵਿਤਾ ਹੋਊਗੀ ਜੀ ਉੱਚ ਪੱਧਰ ਦੇ ਜਿਹੜੇ ਬੱਚੇ ਹੋਣਗੇ ਵੀ ਉਹਨਾਂ ਨੂੰ ਆਪਾਂ ਇਸ ਵਿਧੀ ਰਾਹੀਂ ਹੀ ਬੱਚਿਆਂ ਨੂੰ ਪੜ੍ਹਾਵਾਂਗੇ। ਸੋ ਆਪਸ਼ਨ ਨੰਬਰ ਸੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਜੀ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਜਿਹੜਾ ਅਗਲਾ ਪ੍ਰਸ਼ਨ ਹੈ ਜੀ ਇਹਨੂੰ ਵੇਖ ਲੈਂਦੇ ਹਾਂ। ਇਹ ਹੈ ਤੁਹਾਡਾ ਲਿਸਨਿੰਗ ਸਕਿੱਲ ਤੋਂ ਸੰਬੰਧਿਤ। ਸੁਣਨ ਕੌਸ਼ਲ ਲਈ ਕੀ ਜ਼ਰੂਰੀ ਹੈ? ਜਦੋਂ ਵੀ ਤੁਸੀਂ ਸੁਣ ਰਹੇ ਹੋ ਜਾਂ ਫਿਰ ਤੁਸੀਂ ਜਦੋਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਸੋ ਐਜ਼ ਅ ਟੀਚਰ ਤੁਸੀਂ ਕੀ ਸਮਝਦੇ ਹੋ ਵੀ ਬੱਚਿਆਂ ਲਈ ਕੀ ਜ਼ਰੂਰੀ ਹੋਣਾ ਚਾਹੀਦਾ? ਤੁਸੀਂ ਇਹ ਦੱਸੋ। ਕੰਨਾਂ ਦਾ ਸਹੀ ਕੰਮ ਕਰਨਾ, ਦਿਮਾਗ ਦਾ ਸਹੀ ਕੰਮ ਕਰਨਾ, ਕੰਨ ਅਤੇ ਦਿਮਾਗ ਦਾ ਸਹੀ ਤਾਲਮੇਲ, ਉਪਰੋਕਤ ਤਿੰਨਾਂ ਵਿੱਚੋਂ ਕੋਈ ਨਹੀਂ। ਸੋ ਦੋਸਤੋ, ਦੱਸੋ ਵੀ ਵਿਚ ਆਪਸ਼ਨ ਇਜ਼ ਰਾਈਟ। ਸੋ ਕੰਨਾਂ ਦਾ ਸਹੀ ਕੰਮ ਕਰਨਾ, ਸੋ ਇਹ ਗੱਲ ਤਾਂ ਬਿਲਕੁਲ ਸਹੀ ਹੈ ਜੀ ਕਿ ਠੀਕ ਆ ਵੀ ਬੱਚਿਆਂ ਦਾ ਕੰਨ ਹੈ ਜੀ ਸਹੀ ਕੰਮ ਕਰਨਾ ਚਾਹੀਦਾ। ਤੇ ਦਿਮਾਗ ਦਾ ਸਹੀ ਕੰਮ ਕਰਨਾ, ਸੋ ਇਹ ਕੀ ਆਪਣੇ ਹੱਥ ਦੇ ਵਿੱਚ ਹੈ ਕਿ ਦਿਮਾਗ ਦਾ ਕੰਮ ਕਰਨਾ ਜਾਂ ਨਹੀਂ ਕਰਨਾ। ਜੇਕਰ ਆਪਾਂ ਗੱਲ ਕਰੀਏ ਸਹੀ ਜਵਾਬ ਦੀ, ਸੋ ਇੱਥੇ ਸੁਣਨ ਕੌਸ਼ਲ ਲਈ ਜ਼ਰੂਰੀ ਹੈ ਕਿ ਕੰਨ ਅਤੇ ਦਿਮਾਗ ਦਾ ਸਹੀ ਤਾਲਮੇਲ ਹੋਵੇ। ਵੀ ਸੁਣਨ ਕੌਸ਼ਲ ਆਪਾਂ ਮੇਨਲੀ ਉਹਨਾਂ ਬੱਚਿਆਂ ਤੇ ਹੀ ਧਿਆਨ ਦੇਵਾਂਗੇ ਨਾ ਕਿ ਜਿਹੜੇ ਬੱਚੇ ਆਪਣੀ ਕਲਾਸ ਦੇ ਵਿੱਚ ਹੋਣਗੇ ਤੇ ਕੀ ਉਹ ਸੁਣ ਰਿਹਾ। ਕਿਉਂਕਿ ਕਈ ਵਾਰ ਤੁਸੀਂ ਵੀ ਬੈਠੇ ਹੁੰਦੇ ਹੋ ਵੀ ਤੁਹਾਡੇ ਸਾਹਮਣੇ ਕਿਸੇ ਟੀਚਰ ਨੇ ਕੋਈ ਟੌਪਿਕ ਪੜ੍ਹਾ ਦਿੱਤਾ ਤੇ ਤੁਹਾਨੂੰ ਉਹ ਸਮਝ ਨਹੀਂ ਲੱਗਦੀ ਹੁੰਦੀ। ਇਹਦਾ ਮਤਲਬ ਕੀ ਹੈ ਕਿ ਤੁਹਾਨੂੰ ਸੁਣ ਨਹੀਂ ਰਿਹਾ। ਵੀ ਤੁਹਾਡੇ ਕੰਨ ਤਾਂ ਸਹੀ ਕੰਮ ਕਰ ਰਹੇ ਆ ਨਾ ਵੈਸੇ, ਬਟ ਤੁਸੀਂ ਸੁਣ ਕੇ ਵੀ ਕਹਿ ਲਓ ਵੀ ਧਿਆਨ ਨਹੀਂ ਦਿੱਤਾ, ਠੀਕ ਹੈ ਜੀ। ਮਤਲਬ ਇਹ ਕਿ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਹੈ ਜੀ, ਜਿਹੜਾ ਵੀ ਤੁਹਾਡਾ ਦਿਮਾਗ ਹੈ ਜੀ, ਉਹ ਕਲਾਸ ਦੇ ਵਿੱਚ ਉਸ ਟਾਈਮ ਨਹੀਂ ਹੁੰਦਾ ਪ੍ਰੈਜੈਂਟ, ਵੀ ਕਿਤੇ ਹੋਰ ਹੋ ਸਕਦਾ ਜਿਹੜਾ ਤੁਹਾਡਾ ਦਿਮਾਗ ਹੈ ਜੀ ਕਲਾਸ ਦੇ ਵਿੱਚ ਤੁਹਾਡਾ ਧਿਆਨ ਨਹੀਂ ਸੀ। ਸੋ ਇਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਜਿਹੜਾ ਦਿਮਾਗ ਹੈ ਤੇ ਜਿਹੜੇ ਕੰਨ ਹੈਗੇ ਆ ਜੀ ਇਹਨਾਂ ਦੇ ਵਿੱਚ ਇੱਕ ਤਾਲਮੇਲ ਹੋਣਾ ਚਾਹੀਦਾ। ਵੀ ਦਿਮਾਗ ਦੇ ਵਿੱਚ ਤੁਸੀਂ ਇਹ ਰੱਖੋਗੇ ਕਿ ਜੀ ਕਲਾਸ ਚੱਲ ਰਹੀ ਆ, ਜਿਹੜੇ ਟੀਚਰ ਪੜ੍ਹਾ ਰਹੇ ਆ ਵੀ ਇਹਨੂੰ ਆਪਾਂ ਕੋਰਿਲੇਟ ਕਰਦੇ ਹੋਏ, ਆਪਾਂ ਸੁਣਦੇ ਹੋਏ ਸਾਰੀਆਂ ਗੱਲਾਂ ਨੂੰ ਸਮਝ ਕੇ ਆਪਾਂ ਅੱਗੇ ਵੱਧ ਰਹੇ ਹਾਂ। ਸੋ ਜੇਕਰ ਤੁਸੀਂ ਇਸ ਗੱਲ ਤੇ ਧਿਆਨ ਰੱਖੋਗੇ, ਸੋ ਸੁਣਨ ਕੌਸ਼ਲ ਦੀ ਜਿਹੜੀ ਗੱਲ ਹੈ ਜੀ ਇਹ ਇੱਥੇ ਕਹਿ ਸਕਦੇ ਹਾਂ ਜੀ ਸਾਰਿਆਂ ਨਾਲੋਂ ਜ਼ਰੂਰੀ ਗੱਲ ਹੈ ਜੀ। ਇਹ ਉਦੋਂ ਹੀ ਮੰਨੀ ਜਾਵੇਗੀ ਜਦੋਂ ਤੁਸੀਂ ਕੰਨ ਅਤੇ ਦਿਮਾਗ ਦਾ ਜਿਹੜਾ ਸਹੀ ਤਾਲਮੇਲ ਹੈ ਜੀ ਉਹ ਬਣਾ ਕੇ ਰੱਖੋਗੇ। ਜਿਵੇਂ ਕਿ ਆਪਾਂ ਹੁਣ ਵੀ ਸੈਸ਼ਨ ਲਗਾ ਰਹੇ ਹਾਂ, ਜੇਕਰ ਤੁਹਾਡਾ ਕੰਨ ਦਾ ਮੰਨ ਕੇ ਚੱਲੋ ਠੀਕ ਹੈ ਜੀ, ਤੁਸੀਂ ਸਿਰਫ ਵੀਡੀਓ ਹੀ ਵੇਖ ਰਹੇ ਹੋ, ਮੇਰੀ ਆਵਾਜ਼ ਨਹੀਂ ਸੁਣ ਰਹੇ, ਨਾ ਮੇਰੀ ਆਵਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਫਿਰ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਸੀਂ ਕੋਈ ਪ੍ਰਸ਼ਨ ਇੱਥੇ ਸੋਲਵ ਕਰ ਸਕਦੇ ਹੋ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਅਧਿਆਪਨ ਪੱਖ ਤੋਂ ਕਿਹੜਾ ਠੀਕ ਨਹੀਂ ਹੈ? ਤੁਹਾਨੂੰ ਕੀ ਪੁੱਛਿਆ ਜਾ ਰਿਹਾ ਵੀ ਜਦੋਂ ਵੀ ਤੁਸੀਂ ਲਿਖਿਆਂ ਵਿੱਚੋਂ ਇਹ ਜਿਹੜੇ ਵੀ ਆਪਸ਼ਨਾਂ ਦਿੱਤੀਆਂ ਹੋਈਆਂ ਵੀ ਅਧਿਆਪਨ ਪੱਖ ਤੋਂ, ਵੀ ਤੁਸੀਂ ਐਜ਼ ਅ ਟੀਚਰ ਜਦੋਂ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਠੀਕ ਹੈ ਜੀ, ਟੀਚਿੰਗ ਦੀ ਜਿਹੜੀ ਪ੍ਰੋਸੈਸ ਹੈ ਉਹ ਚੱਲ ਰਹੀ ਹੈ। ਸੋ ਉਹਦੇ ਪੱਖ ਤੋਂ, ਉਹਦੇ ਪਰਸਪੈਕਟਿਵ ਤੋਂ ਐਜ਼ ਅ ਟੀਚਰ ਤੁਸੀਂ ਸੋਚ ਕੇ ਦੱਸੋ ਕਿ ਵਿਚ ਆਪਸ਼ਨ ਇਜ਼ ਰਾਈਟ, ਕਿ ਕਿਹੜਾ ਠੀਕ ਨਹੀਂ ਹੈ, ਠੀਕ ਹੈ ਜੀ, ਕਿਹੜਾ ਠੀਕ ਨਹੀਂ ਹੈ। ਸੋ ਇੱਥੇ ਵੇਖਦੇ ਹਾਂ, ਵਾਰਤਕ ਸੰਗੀਤਹੀਣ ਹੁੰਦੀ ਹੈ
ਕਵਿਤਾ ਰਸਮਈ ਹੁੰਦੀ ਹੈ। ਇੱਕ ਵੈਸੇ ਦੋਸਤੋ ਪਹਿਲਾਂ ਮੈਨੂੰ ਲੱਗਦਾ 2 ਦਿਨ ਪਹਿਲਾਂ ਆਪਣਾ ਇੱਕ ਵਾਰਤਕ ਵਾਲਾ ਕੁਐਸਚਨ ਵੀ ਆਇਆ ਸੀ, ਮੈਂ ਤੁਹਾਨੂੰ ਵਾਰਤਕ ਦਾ ਮੀਨਿੰਗ ਵੀ ਦੱਸਿਆ ਸੀਗਾ। ਚਲੋ ਵੇਖਦੇ ਹਾਂ। ਵਾਰਤਕ ਸੰਗੀਤਹੀਣ ਹੁੰਦੀ ਹੈ, ਕਵਿਤਾ ਰਸਮਈ ਹੁੰਦੀ ਹੈ। ਵਾਰਤਕ ਵਿੱਚ ਉਤਸੁਕਤਾ ਹੁੰਦੀ ਹੈ, ਐਕਸਾਈਟਮੈਂਟ ਜਿਹਨੂੰ ਕਹਿ ਸਕਦੇ ਹੋ, ਤੇ ਕਵਿਤਾ ਵਿੱਚ ਆਨੰਦ ਹੁੰਦਾ ਹੈ, ਜਿਹਨੂੰ ਤੁਸੀਂ ਇੰਜੋਇਮੈਂਟ ਵੀ ਕਹਿ ਸਕਦੇ ਹੋ। ਆਪਸ਼ਨ ਨੰਬਰ ਸੀ, ਵਾਰਤਕ ਅਤੇ ਕਵਿਤਾ ਵਿੱਚ ਸਾਰੇ ਵਿਸ਼ਿਆਂ ਉੱਤੇ ਚਰਚਾ ਹੁੰਦੀ ਹੈ। ਵਾਰਤਕ ਅਤੇ ਕਵਿਤਾ ਸਿੱਖਿਆ ਪ੍ਰਣਾਲੀਆਂ ਵਿੱਚ ਸ਼ਬਦਾਰਥ ਵਿਆਖਿਆ ਵਿੱਚ ਕਾਫੀ ਅੰਤਰ ਹੁੰਦਾ ਹੈ। ਸੋ ਦੋਸਤੋ ਦੱਸੋ ਵੀ ਵਿਚ ਆਪਸ਼ਨ ਇਜ਼ ਰਾਈਟ। ਜੇ ਆਪਾਂ ਗੱਲ ਕਰੀਏ ਵੀ ਜਿਹੜਾ ਵੀ ਆਪਣਾ ਵਾਰਤਕ ਹੁੰਦਾ, ਵੈਸੇ ਵਾਰਤਕ ਹੁੰਦਾ ਕਿ ਆਪਾਂ ਪ੍ਰੋਜ਼ ਨੂੰ ਕਹਿ ਦਿੰਦੇ ਆ। ਸੋ ਬੇਸਿਕਲੀ ਆਪਣੇ ਇਸ ਕੁਐਸਚਨ ਦੇ ਵਿੱਚ ਪ੍ਰੋਜ਼ ਐਂਡ ਪੋਇਮ ਦੀ ਗੱਲ ਕੀਤੀ ਜਾ ਰਹੀ ਹੈ। ਵੈਸੇ ਪ੍ਰੋਜ਼ ਐਂਡ ਪੋਇਮ ਨੂੰ ਜੇ ਤੁਸੀਂ ਵੇਖੋ ਵੀ ਇਹ ਦੋਵੇਂ ਇੱਕ ਹਿਸਾਬ ਦੇ ਆਪੋਜ਼ਿਟ ਹੀ ਹੁੰਦੇ ਆ, ਠੀਕ ਹੈ ਜੀ। ਜਿਵੇਂ ਕਿ ਕਵਿਤਾ ਵੀ ਗਾ ਵੀ ਸਕਦੇ ਆ, ਬਟ ਪ੍ਰੋਜ਼ ਨੂੰ ਆਪਾਂ ਗਾ ਨਹੀਂ ਸਕਦੇ। ਵੀ ਪ੍ਰੋਜ਼ ਦੀਆਂ ਵੀ ਆਪਾਂ ਨੂੰ ਕਿਤਾਬਾਂ ਲੱਗੀਆਂ ਹੁੰਦੀਆਂ ਨਾ, ਉਹਨੂੰ ਆਪਾਂ ਪੰਜਾਬੀ ਦੇ ਵਿੱਚ ਵਾਰਤਕ ਕਹਿੰਦੇ ਆ। ਸੋ ਵਾਰਤਕ ਸੰਗੀਤਹੀਣ ਹੁੰਦੀ ਹੈ, ਸੋ ਇਹ ਗੱਲ ਤਾਂ ਬਿਲਕੁਲ ਸਹੀ ਆ, ਤੇ ਕਵਿਤਾ ਰਸਮਈ ਹੁੰਦੀ ਹੈ। ਸੋ ਇਹ ਗੱਲ ਤਾਂ ਸਹੀ ਹੈ, ਮਤਲਬ ਇਹ ਇਹਨਾਂ ਨੇ ਪੁੱਛਿਆ ਸੀਗਾ ਕਿ ਠੀਕ ਨਹੀਂ ਹੈ, ਬਟ ਇਹ ਤਾਂ ਠੀਕ ਹੈ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਜੇ ਆਪਾਂ 2 ਨੂੰ ਵੇਖੀਏ, ਵਾਰਤਕ ਵਿੱਚ ਉਤਸੁਕਤਾ ਹੁੰਦੀ ਹੈ, ਵੀ ਜਦੋਂ ਵੀ ਤੁਸੀਂ ਕਹਾਣੀ ਹੋਵੇ, ਵੈਸੇ ਇਹ ਵਾਰਤਕ ਹੈ ਨਾ ਜੀ, ਪ੍ਰੋਜ਼ ਇਹ ਇੱਕ ਲਿਖਣ ਦੀ ਸ਼ੈਲੀ ਹੁੰਦੀ ਹੈ ਲਿਟਰੇਚਰ ਦੇ ਵਿੱਚ। ਸੋ ਜਦੋਂ ਉਹਨੂੰ ਤੁਸੀਂ ਪੜ੍ਹਦੇ ਹੋ ਵੀ ਤੁਹਾਡੇ ਸਾਹਮਣੇ ਬਹੁਤ ਸਾਰੀ ਉਤਸੁਕਤਾ ਹੁੰਦੀ ਹੈ ਤੁਹਾਡੇ ਵਿੱਚ, ਠੀਕ ਹੈ ਜੀ। ਸੋ ਇਹ ਗੱਲ ਤਾਂ ਸਹੀ ਹੈ। ਜੇ ਆਪਾਂ ਇੱਥੇ ਵੇਖੀਏ ਕਵਿਤਾ ਵਿੱਚ ਆਨੰਦ ਹੁੰਦਾ ਹੈ, ਸੋ ਇਹ ਵੀ ਗੱਲ ਸਹੀ ਹੈ ਜੀ। ਆਪਸ਼ਨ ਨੰਬਰ 1 2 ਤਾਂ ਸਹੀ ਹੈ। ਜੇ ਆਪਾਂ ਆਪਸ਼ਨ ਨੰਬਰ ਸੀ ਨੂੰ ਵੇਖੀਏ, ਵਾਰਤਕ ਅਤੇ ਕਵਿਤਾ ਵਿੱਚ ਸਾਰੇ ਵਿਸ਼ਿਆਂ ਉੱਤੇ ਚਰਚਾ ਹੁੰਦੀ ਹੈ, ਸੋ ਇਹ ਗੱਲ ਕੀ ਸਹੀ ਹੈ? ਚਲੋ ਆਪਾਂ ਇਹਨੂੰ ਇੱਕ ਵਾਰ ਸਾਈਡ ਤੇ ਰੱਖ ਦਿੰਦੇ ਹਾਂ। ਬਟ ਜੇ ਆਪਾਂ ਆਪਸ਼ਨ ਨੰਬਰ ਡੀ ਨੂੰ ਵੇਖੀਏ, ਵਾਰਤਕ ਅਤੇ ਕਵਿਤਾ ਸਿੱਖਿਆ ਪ੍ਰਣਾਲੀਆਂ ਵਿੱਚ ਸ਼ਬਦਾਰਥ ਵਿਆਖਿਆ ਵਿੱਚ ਕਾਫੀ ਅੰਤਰ ਹੁੰਦਾ ਹੈ, ਸੋ ਇਹ ਗੱਲ ਤਾਂ ਬਿਲਕੁਲ ਸਹੀ ਹੈ ਨਾ ਜੀ, ਕਿ ਕਵਿਤਾ ਦੇ ਵਿੱਚ ਤੇ ਜਿਹੜੇ ਤੁਹਾਡੇ ਪ੍ਰੋਜ਼ ਹੋਣਗੇ, ਸੋ ਇਹਨਾਂ ਦੇ ਵਿੱਚ ਜੋ ਕੁਝ ਵੀ ਤੁਹਾਨੂੰ ਪੜ੍ਹਾਇਆ ਜਾ ਰਿਹਾ, ਜਿਹੜੇ ਵੀ ਸ਼ਬਦਾਰਥ ਤੁਹਾਨੂੰ ਵੇਖਣ ਨੂੰ ਮਿਲਣਗੇ, ਸੋ ਇਹਨਾਂ ਦੀ ਜਿਹੜੀ ਵਿਆਖਿਆ ਕੀਤੀ ਜਾਂਦੀ ਹੈ ਪ੍ਰੋਜ਼ ਦੇ ਵਿੱਚ ਹੋਰ ਹੁੰਦਾ ਹੈ, ਬਟ ਕਵਿਤਾ ਦੇ ਵਿੱਚ ਆਪਾਂ ਜੇ ਗੱਲ ਕਰੀਏ ਉੱਤੇ ਹੋਰ ਹੁੰਦਾ ਹੈ। ਜੇ ਆਪਾਂ ਗੱਲ ਕਰੀਏ ਕਵਿਤਾ ਦੇ ਵਿੱਚ ਕਈ ਇਹੋ ਜਿਹੇ ਸ਼ਬਦਾਰਥ ਹੁੰਦੇ ਆ ਕਿ ਜਿਹੜੇ ਉਹਨਾਂ ਨੇ ਲਿਖਿਆ ਹੁੰਦਾ ਨਾ, ਜਿਹੜੇ ਕਵੀ ਹੁੰਦੇ ਆ, ਵੀ ਉਹ ਆਪਦੇ ਹਿਸਾਬ ਨਾਲ ਕੁਝ ਉਹਦਾ ਹੋਰ ਹੀ ਮੀਨਿੰਗ ਲਿਖਿਆ ਹੁੰਦਾ। ਮਤਲਬ ਇਹ ਕਿ ਕਵਿਤਾ ਦੇ ਵਿੱਚੋਂ ਕਈ ਵਾਰ ਤੁਹਾਨੂੰ ਇੱਕੋ ਵਰਡ ਦੇ 2 ਮੀਨਿੰਗ ਵੀ ਵੇਖਣ ਨੂੰ ਮਿਲਣਗੇ। ਉਹੀ ਆਪਾਂ ਇੱਥੇ ਗੱਲ ਦੱਸੀ ਜਾ ਰਹੀ ਹੈ ਕਿ ਜਿਹੜਾ ਵੀ ਸ਼ਬਦਾਰਥ ਹੁੰਦਾ, ਵਿਆਖਿਆ ਵਿੱਚ ਤੁਹਾਨੂੰ ਜਿਹੜਾ ਕਾਫੀ ਅੰਤਰ ਹੈ, ਫਰਕ ਹੈ ਜੀ, ਉਹ ਵੇਖਣ ਨੂੰ ਮਿਲੇਗਾ। ਸੋ ਮਤਲਬ ਇਹ ਕਿ ਡੀ ਆਪਸ਼ਨ ਵੀ ਸਹੀ ਹੈ। ਸੋ ਰਹਿ ਕਿਹੜਾ ਗਿਆ? ਵਾਰਤਕ ਅਤੇ ਕਵਿਤਾ ਵਿੱਚ ਬਹੁਤ ਸਾਰੇ ਹੀ ਵਿਸ਼ਿਆਂ ਉੱਤੇ ਚਰਚਾ ਹੁੰਦੀ ਹੈ, ਸੋ ਇਹ ਗੱਲ ਤਾਂ ਨਹੀਂ ਹੈ ਸਹੀ ਜੀ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਜੀ, ਇਸ ਪ੍ਰਸ਼ਨ ਦੇ ਹਿਸਾਬ ਨਾਲ ਇਹ ਤੁਹਾਡਾ ਸਹੀ ਜਵਾਬ ਬਣਿਆ। ਆਪਸ਼ਨ ਨੰਬਰ ਸੀ ਤੇ ਤੁਸੀਂ ਲਗਾ ਸਕਦੇ ਹੋ ਟਿਕ। ਤੇ ਸੈਸ਼ਨ ਦੀ PDF ਨੂੰ ਡਾਊਨਲੋਡ ਕਰਨ ਲਈ ਤੁਸੀਂ ਜਿਹੜਾ ਆਪਣਾ ਟੈਲੀਗ੍ਰਾਮ ਚੈਨਲ ਹੈ ਉੱਥੋਂ ਤੁਸੀਂ ਇਹਨਾਂ ਨੂੰ ਪ੍ਰਾਪਤ ਵੀ ਕਰ ਸਕਦੇ ਹੋ। ਤੇ ਦੋਸਤੋ ਟੈਲੀਗ੍ਰਾਮ ਚੈਨਲ ਤੋਂ ਤੁਸੀਂ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇੱਕ ਵਾਰ ਰਿਵੀਜ਼ਨ ਵੀ ਜ਼ਰੂਰ ਕਰ ਲਿਓ, ਠੀਕ ਹੈ ਜੀ। ਸੋ ਤੁਹਾਡੇ ਕਹਿ ਸਕਦੇ ਆ ਜਿਹੜੇ ਵੀ ਪ੍ਰਸ਼ਨ ਹੋਣਗੇ ਵੀ ਕਿਤੇ ਨਾ ਕਿਤੇ ਤੁਹਾਨੂੰ ਯਾਦ ਰਹਿ ਜਾਣਗੇ ਜਦੋਂ ਵੀ ਤੁਸੀਂ ਐਗਜ਼ਾਮ ਦੇ ਵਿੱਚ ਬੈਠੋਗੇ। ਮੈਨੂੰ ਪਤਾ ਵੈਸੇ ਰਿਵੀਜ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ, ਜਿਵੇਂ ਕਿ ਹੁਣ ਤੁਸੀਂ ਇੱਕ ਵਾਰ ਸੈਸ਼ਨ ਵੇਖ ਲੈਂਦੇ ਹੋ ਤੇ ਕਿਤੇ ਨਾ ਕਿਤੇ ਉਹ ਗੱਲਾਂ ਤੁਹਾਨੂੰ ਭੁੱਲ ਜਾਂਦੀਆਂ। ਤੁਸੀਂ ਵੀਡੀਓ ਭਾਵੇਂ ਤੁਸੀਂ ਨਾ ਵੇਖਿਓ, ਬਟ ਤੁਸੀਂ ਇਹਨਾਂ PDF ਨੂੰ ਜ਼ਰੂਰ ਇੱਕ ਵਾਰ ਸੋਲਵ ਕਰ ਲਿਓ, ਠੀਕ ਹੈ ਜੀ। ਜੇਕਰ ਸੋਲੂਸ਼ਨ ਨਾ ਸਮਝ ਲੱਗੇ ਫਿਰ ਤੁਸੀਂ ਵੀਡੀਓ ਜ਼ਰੂਰ ਵੇਖ ਸਕਦੇ ਹੋ। ਸੋ ਇੱਥੇ ਜਿਹੜਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਸੀ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਕਹਾਣੀ ਸਿੱਖਿਆ ਵਿੱਚ ਹੇਠ ਲਿਖਿਆ ਵਿੱਚੋਂ ਕਿਹੜੀ ਗੱਲ ਨਹੀਂ ਹੁੰਦੀ? ਤੁਹਾਨੂੰ ਕੀ ਪੁੱਛਿਆ ਜਾ ਰਿਹਾ ਜੀ? ਕਹਾਣੀ ਸਿੱਖਿਆ ਦੇ ਵਿੱਚ ਮੰਨ ਕੇ ਚੱਲੋ ਵੀ ਤੁਹਾਨੂੰ ਕਹਾਣੀ ਕਲਾਸ ਦੇ ਵਿੱਚ ਪੜ੍ਹਾਈ ਜਾ ਰਹੀ ਹੈ, ਸੋ ਇਹਦੇ ਵਿੱਚ ਕਿਹੜੀ ਗੱਲ ਨਹੀਂ ਹੋ ਸਕਦੀ? ਜਾਣ ਪਛਾਣ, ਖੇਡ ਵਿਧੀ, ਕਹਾਣੀ ਦਾ ਵਾਚਨ ਤੇ ਵਿਆਖਿਆ। ਸੋ ਜਦੋਂ ਵੀ ਆਪਾਂ ਬੱਚਿਆਂ ਨੂੰ ਕਹਾਣੀ ਪੜ੍ਹਾਉਂਦੇ ਆ, ਕੀ ਖੇਡ ਵਿਧੀ ਰਾਹੀਂ ਪੜ੍ਹਾਉਂਦੇ ਆ ਜਾਂ ਪਹਿਲੇ ਜਿਵੇਂ ਕਿ ਆਪਾਂ ਜਦੋਂ ਵੀ ਪੜ੍ਹਾਉਂਦੇ ਆ ਵੀ ਜਾਣ ਪਛਾਣ ਕਰਦੇ ਆ ਕਹਾਣੀ ਬਾਰੇ, ਕਹਾਣੀ ਨੂੰ ਜਿਵੇਂ ਕਿ ਬੱਚਿਆਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਆ ਬੱਚਿਓ ਤੁਸੀਂ ਇਸ ਕਹਾਣੀ ਨੂੰ ਪੜ੍ਹੋ, ਵੀ ਕਹਾਣੀ ਦਾ ਵਾਚਨ ਕੀਤਾ ਜਾਂਦਾ, ਕਹਾਣੀ ਦੀ ਕਿਤੇ ਨਾ ਕਿਤੇ ਅਧਿਆਪਕਾਂ ਦੁਆਰਾ, ਠੀਕ ਹੈ ਜੀ, ਉਹਨੂੰ ਕਹਿ ਸਕਦੇ ਆ ਜੀ ਕਿ ਵਿਆਖਿਆ ਵੀ ਕੀਤੀ ਜਾਂਦੀ ਆ, ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ ਉਸ ਕਹਾਣੀ ਦੀ, ਠੀਕ ਹੈ ਜੀ। ਸੋ ਇਹ ਜਿਹੜਾ ਜਵਾਬ ਹੈ ਜੀ ਇਹਦਾ ਕੀ ਹੋ ਸਕਦਾ ਹੈ? ਵੀ ਕਹਾਣੀ ਸਿੱਖਿਆ ਵਿੱਚ ਹੇਠ ਲਿਖਿਆ ਵਿੱਚੋਂ ਕਿਹੜੀ ਗੱਲ ਨਹੀਂ ਹੁੰਦੀ? ਖੇਡ ਵਿਧੀ ਨਹੀਂ ਹੁੰਦੀ ਹੈ, ਠੀਕ ਹੈ ਜੀ। ਸੋ ਆਪਸ਼ਨ ਨੰਬਰ B ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਸੋ ਜਾਣ ਪਛਾਣ, ਕਹਾਣੀ ਦਾ ਵਾਚਨ ਤੇ ਵਿਆਖਿਆ ਜੀ, ਇਹ ਤਿੰਨੇ ਹੀ ਇਹਨਾਂ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਨੇ। ਸੋ ਆਪਸ਼ਨ ਨੰਬਰ B ਹੀ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਨਾਵਲ ਸਿੱਖਿਆ ਦਾ ਕਿਹੜਾ ਉਦੇਸ਼ ਨਹੀਂ ਹੈ? ਨਾਵਲ ਸਿੱਖਿਆ ਦਾ ਜੀ ਜਦੋਂ ਨਾਵਲ ਵਗੈਰਾ ਪੜ੍ਹਾਈ ਜਾ ਰਹੀ ਹੈ ਬੱਚਿਆਂ ਨੂੰ, ਸੋ ਇਹਦੇ ਵਿੱਚ ਦੱਸੋ ਵੀ ਵਿਚ ਆਪਸ਼ਨ ਇਜ਼ ਰਾਈਟ? ਆਪਸ਼ਨ ਨੰਬਰ A, ਨਾਵਲ ਦੇ ਪਾਤਰਾਂ ਦੀਆਂ ਚਰਿੱਤਰਿਕ ਵਿਸ਼ੇਸ਼ਤਾਵਾਂ ਦੱਸਣਾ। ਆਪਸ਼ਨ ਨੰਬਰ B, ਪੰਜਾਬੀ ਨਾਵਲ ਦੇ ਇਤਿਹਾਸ ਤੇ ਪ੍ਰਵਿਰਤੀਆਂ ਬਾਰੇ ਦੱਸਣਾ। ਆਪਸ਼ਨ ਨੰਬਰ C, ਵਿਦਿਆਰਥੀਆਂ ਨੂੰ ਨਾਵਲ ਦੇ ਕਥਾ ਵਸਤੂ ਤੋਂ ਜਾਣੂ ਕਰਾਉਣਾ। ਜਾਂ ਫਿਰ ਆਪਸ਼ਨ ਨੰਬਰ D, ਨਾਵਲ ਪੜ੍ਹ ਕੇ ਸ਼ਬਦਾਰਥ ਸਮਝਾਉਣੇ, ਠੀਕ ਹੈ ਜੀ। ਵੈਸੇ ਤੁਹਾਨੂੰ ਪਤਾ ਵੀ ਨਾਵਲ ਤੁਸੀਂ ਤਾਂ ਪੜ੍ਹੀ ਹੋਊਗੀ ਜ਼ਰੂਰ, ਸੋ ਤੁਹਾਨੂੰ ਕੀ ਲੱਗਦਾ ਵੀ ਨਾਵਲ ਦੀ ਜਦੋਂ ਆਪਾਂ ਪੜ੍ਹਦੇ ਹਾਂ ਵੀ ਉਹਦੀ ਨੇਚਰ ਕੀ ਹੁੰਦੀ ਆ? ਸੋ ਆਪਸ਼ਨ ਆ ਵੈਸੇ ਦੱਸੋ ਵਿਚ ਆਪਸ਼ਨ ਇਜ਼ ਰਾਈਟ? ਸੋ ਨਾਵਲ ਦੇ ਪਾਤਰਾਂ ਦੀਆਂ ਚਰਿੱਤਰਿਕ ਵਿਸ਼ੇਸ਼ਤਾਵਾਂ ਦੱਸਣਾ। ਵੈਸੇ ਕੁਐਸਚਨ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਵੀ ਨਾਵਲ ਸਿੱਖਿਆ ਦਾ
ਵੀ ਉਦੇਸ਼ ਨਹੀਂ ਹੈ। ਸੋ ਪਹਿਲਾ ਉਦੇਸ਼ ਤਾਂ ਹੈਗਾ ਜੀ, ਕਿਉਂਕਿ ਆਪਾਂ ਨਾਵਲ ਦੇ ਪਾਤਰਾਂ ਦੀਆਂ ਜਿਹੜੀਆਂ ਚਰਿੱਤਰਕ ਵਿਸ਼ੇਸ਼ਤਾਵਾਂ ਹੁੰਦੀਆਂ ਜੀ ਉਹ ਵੀ ਆਪਾਂ ਦੱਸਦੇ ਹੁੰਦੇ ਆ। ਸੋ ਆਪਸ਼ਨ ਨੰਬਰ ਏ ਤਾਂ ਸਹੀ ਹੈ। ਆਪਸ਼ਨ ਨੰਬਰ ਬੀ ਸਹੀ ਕਹਿਣ ਦਾ ਮਤਲਬ ਇਹ ਨਾਵਲ ਸਿੱਖਿਆ ਦੀ ਵਿਸ਼ੇਸ਼ਤਾ ਹੈਗੀ ਆ। ਆਪਸ਼ਨ ਨੰਬਰ ਬੀ ਨੂੰ ਵੇਖੀਏ, ਪੰਜਾਬੀ ਨਾਵਲ ਤੇ ਦੇ ਇਤਿਹਾਸ ਤੇ ਪ੍ਰਵਿਰਤੀਆਂ ਬਾਰੇ ਦੱਸਣਾ। ਸੋ ਇਹ ਗੱਲ ਵੀ ਸਹੀ ਹੈ ਜੀ। ਆਪਸ਼ਨ ਨੰਬਰ ਸੀ ਵਿਦਿਆਰਥੀਆਂ ਨੂੰ ਨਾਵਲ ਦੇ ਕਥਾ ਵਸਤੂ ਤੋਂ ਜਾਣੂ ਕਰਾਉਣਾ। ਠੀਕ ਹੈ ਜੀ। ਸੋ ਇਹ ਗੱਲ ਵੀ ਹੈ, ਸਹੀ ਹੈ ਕਿ ਆਪਾਂ ਬੱਚਿਆਂ ਨੂੰ ਵੀ ਇਹਦਾ ਕਥਾ ਵਸਤੂ ਜੋ ਕੁਝ ਵੀ ਹੈ ਇਹਦਾ ਮੈਟਰ ਹੈ ਜੀ, ਸਬਜੈਕਟ ਮੈਟਰ ਆਪਾਂ ਬੱਚਿਆਂ ਨੂੰ ਸਮਝਾਉਂਦੇ ਹੁੰਦੇ ਆ ਵੀ ਉਹ ਜਾਣੂ ਕਰਾਉਂਦੇ ਆ। ਸੋ ਇਹ ਆਪਸ਼ਨ ਸਹੀ ਹੈ। ਬਟ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਡੀ ਦੀ, ਕਿ ਇਹਦੇ ਵਿੱਚ ਆਪਾਂ ਸ਼ਬਦਾਰਥ ਨਹੀਂ ਦੱਸਦੇ ਹੁੰਦੇ, ਵੈਸੇ ਵੀ ਨਾਵਲ ਤਾਂ ਇਕੱਲੇ ਨੂੰ ਪੜ੍ਹਨ ਲਈ ਹੁੰਦੀ ਹੈ ਨਾ ਜੀ। ਸੋ ਇਹਦੇ ਵਿੱਚ ਆਪਾਂ ਸ਼ਬਦਾਰਥ ਵਾਲੀ ਕੋਈ ਗੱਲ ਹੁੰਦੀ ਨਹੀਂ। ਸੋ ਇਹਦਾ ਉਦੇਸ਼ ਇਹ ਨਹੀਂ ਹੁੰਦਾ। ਵੈਸੇ ਨਾਵਲ ਪੜ੍ਹਨ ਦਾ ਮੇਨ ਆਬਜੈਕਟਿਵ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਬੱਚਿਆਂ ਦੇ ਵਿੱਚ ਫਲੂਐਂਸੀ ਵਧਾਉਣ ਲਈ, ਬੱਚਿਆਂ ਦੀ ਕਹਿ ਸਕਦੇ ਹਾਂ ਜੀ ਲੈਂਗੁਏਜ ਦੇ ਵਿੱਚ ਸੁੰਦਰਤਾ ਜਿਹਨੂੰ ਕਹਿ ਸਕਦੇ ਹੋ ਜੀ, ਸੋਹਣਾਪਨ ਵੀ ਉਹ ਲਿਆਉਣ ਦੇ ਲਈ, ਵੀ ਬੱਚਾ ਹੋਰ ਸੋਹਣੇ ਤਰੀਕੇ ਨਾਲ ਲਿਖ ਸਕੇ, ਉਹਦੀ ਥਿੰਕਿੰਗ ਕੈਪੇਬਿਲਿਟੀ, ਉਹਦੀ ਰੀਜ਼ਨਿੰਗ ਕੈਪੇਬਿਲਿਟੀ ਜਦੋਂ ਇਹਨਾਂ ਨਾਵਲਾਂ ਨੂੰ ਪੜ੍ਹਨਾ ਸ਼ੁਰੂ ਕਰਦਾ ਤੇ ਉਹ ਜਿਹੜੇ ਤਰਕ ਹੈ ਜੀ, ਜਿਵੇਂ ਕਿ ਉਹ ਹੋਰ ਵੀ ਉਹਦਾ ਜਿਹੜਾ ਸੋਚਣ ਦਾ ਤਰੀਕਾ ਜੀ ਉਹ ਵੀ ਬਦਲ ਜਾਂਦਾ। ਠੀਕ ਹੈ ਜੀ। ਸੋ ਇਹਦਾ ਸ਼ਬਦਾਰਥ ਸਮਝਾਉਣੇ ਇਹ ਇਹਦਾ ਆਬਜੈਕਟਿਵ ਨਹੀਂ ਹੈਗਾ। ਸੋ ਆਪਸ਼ਨ ਨੰਬਰ ਜਿਹੜਾ ਡੀ ਹੈ ਜੀ ਇਹੀ ਤੁਹਾਡਾ ਸਹੀ ਜਵਾਬ ਹੈ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਨੂੰ ਵੇਖ ਲੈਂਦੇ ਹਾਂ। ਅਗਲਾ ਜਿਹੜਾ ਪ੍ਰਸ਼ਨ ਹੈ, ਸੁਣਨ ਕੌਸ਼ਲ ਦਾ ਉਦੇਸ਼ ਹੈ। ਤੁਸੀਂ ਦੱਸੋ ਸੁਣਨ ਕੌਸ਼ਲ ਦਾ ਉਦੇਸ਼ ਹੈ, ਮਤਲਬ ਇਹ ਕਿ ਇੱਥੇ ਇੱਕ ਆਪਸ਼ਨ ਇਹੋ ਜਿਹੀ ਹੋਏਗੀ ਜਿਹੜਾ ਕਿ ਸੁਣਨ ਕੌਸ਼ਲ ਦਾ ਉਦੇਸ਼ ਨਹੀਂ ਹੋਏਗਾ। ਇਹੀ ਹੋ ਸਕਦਾ ਨਾ ਮੇਨ ਤਾਂ। ਹੁਣ ਸੁੰਦਰ ਲਿਖਣ ਲਈ ਪ੍ਰੇਰਨਾ, ਵਿਦਿਆਰਥੀਆਂ ਵਿੱਚ ਸੁਣਨ ਪ੍ਰਤੀ ਰੁਚੀ ਪੈਦਾ ਕਰਨਾ, ਵਿਦਿਆਰਥੀਆਂ ਨੂੰ ਉਚਿਤ ਧੁਨੀਆਂ ਦਾ ਗਿਆਨ ਕਰਾਉਣਾ, ਜਾਂ ਫਿਰ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਵਾਚਕ ਸਿਖਾਉਣਾ। ਸੋ ਦੋਸਤੋ ਸੁੰਦਰ ਲਿਖਣ ਲਈ ਪ੍ਰੇਰਨਾ, ਵੀ ਇੱਥੇ ਜਦੋਂ ਗੱਲ ਹੀ ਸੁਣਨ ਦੀ ਕੀਤੀ ਜਾ ਰਹੀ ਹੈ, ਸੋ ਇੱਥੇ ਲਿਖਣ ਦੀ ਕਿੱਥੋਂ ਗੱਲ ਆ ਗਈ। ਸੋ ਆਪਸ਼ਨ ਨੰਬਰ ਏ ਨੂੰ ਤਾਂ ਆਪਾਂ ਕਰ ਦਿੱਤਾ ਐਲੀਮੀਨੇਟ। ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਡੀ, ਵੀ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਵਾਚਕ ਸਿਖਾਉਣਾ, ਮਤਲਬ ਇਹ ਕਿ ਤੁਸੀਂ ਦੂਜਿਆਂ ਨੂੰ ਪ੍ਰਭਾਵਿਤ ਕਰੋ। ਠੀਕ ਹੈ ਜੀ। ਸੋ ਉਹਦੇ ਨਾਲ ਤੁਹਾਨੂੰ ਇਹ ਸੁਣਨ ਕੌਸ਼ਲ ਦੇ ਵਿੱਚ ਇਹ ਗੱਲ ਤੁਹਾਨੂੰ ਸਿਖਾਈ ਜਾ ਰਹੀ ਹੈ ਕਿ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਪ੍ਰਭਾਵਿਤ ਕਰ ਸਕਦੇ ਹੋ। ਸੋ ਸਿਰਫ ਇਹਦਾ ਇਹੀ ਉਦੇਸ਼ ਨਹੀਂ ਹੈਗਾ ਤੇ ਨਾਲੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਥੇ ਗੱਲ ਹੈ ਜੀ ਕੀਤੀ ਜਾ ਰਹੀ ਹੈ। ਸੋ ਇਹ ਆਪਸ਼ਨ ਇੱਕ ਵਾਰ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਦੇ ਹਾਂ, ਬਟ ਇਹ ਆਪਣਾ ਆਪਸ਼ਨ ਲੱਗ ਨਹੀਂ ਰਿਹਾ ਤੇ ਇਹਨੂੰ ਆਪਾਂ ਇੱਕ ਵਾਰ ਐਲੀਮੀਨੇਟ ਹੀ ਕਰ ਦਿੰਦੇ ਹਾਂ। ਜੇ ਆਪਾਂ ਗੱਲ ਕਰੀਏ ਵਿਦਿਆਰਥੀਆਂ ਨੂੰ ਉਚਿਤ ਧੁਨੀਆਂ ਦਾ ਗਿਆਨ ਕਰਾਉਣਾ, ਠੀਕ ਹੈ ਜੀ, ਇੱਕ ਤਾਂ ਆ ਗਿਆ ਗਿਆਨ, ਇੱਕ ਤਾਂ ਆ ਗਿਆ ਰੁਚੀ ਪੈਦਾ ਕਰਨਾ। ਸੋ ਤੁਸੀਂ ਆਪ ਹੀ ਦੱਸੋ ਵੀ ਇੱਥੇ ਸੁਣਨ ਪ੍ਰਤੀ ਰੁਚੀ ਪੈਦਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਆਪਸ਼ਨ ਨੰਬਰ ਸੀ ਦੇ ਵਿੱਚ ਕਿਹਾ ਜਾ ਰਿਹਾ ਕਿ ਵਿਦਿਆਰਥੀਆਂ ਨੂੰ ਉਚਿਤ ਧੁਨੀਆਂ ਦਾ ਗਿਆਨ ਕਰਾਉਣ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਸੋਚਣ ਦੀ ਲੋੜ ਹੋਊਗੀ ਕਿ ਤੁਸੀਂ ਇਹਨਾਂ ਦੋਵਾਂ ਆਪਸ਼ਨਾਂ ਦੇ ਵਿੱਚ ਥੋੜੇ ਬਹੁਤ ਉਲਝ ਵੀ ਸਕਦੇ ਹੋ, ਬਟ ਆਪਸ਼ਨ ਨੰਬਰ ਜਿਹੜਾ ਬੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਕਿ ਵਿਦਿਆਰਥੀਆਂ ਵਿੱਚ ਸੁਣਨ ਪ੍ਰਤੀ ਰੁਚੀ ਪੈਦਾ ਕਰਨਾ, ਇਹੀ ਜਿਹੜਾ ਸੁਣਨ ਕੌਸ਼ਲ ਦਾ ਹੈ ਜੀ ਇਹ ਉਦੇਸ਼ ਹੈ। ਜੇ ਤੁਸੀਂ ਕਹਿ ਰਹੇ ਹੋ ਵੀ ਉਚਿਤ ਗਿਆਨ ਕਰਾਉਣਾ, ਵੀ ਇਹ ਬਿਲਕੁਲ ਜ਼ਰੂਰੀ ਗੱਲ ਹੈਗੀ ਆ, ਬਟ ਪਹਿਲੇ ਵਾਲੇ ਆਪਸ਼ਨ ਨੰਬਰ ਬੀ ਨਾਲੋਂ ਜ਼ਰੂਰੀ ਗੱਲ ਨਹੀਂ ਹੈਗੀ ਕਿ ਸੁਣਨ ਪ੍ਰਤੀ ਰੁਚੀ ਪੈਦਾ ਕਰਨਾ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲ ਹੈ। ਠੀਕ ਹੈ ਜੀ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈ ਜੀ ਤੁਸੀਂ ਇਹਦੇ ਤੇ ਲਗਾ ਸਕਦੇ ਹੋ ਟਿਕ ਤੇ ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਭਾਸ਼ਾ ਨੂੰ ਸਿੱਖਣ ਲਈ ਨਿਯਮਬੱਧ ਪ੍ਰਣਾਲੀ ਕੀ ਹੈ। ਤੁਸੀਂ ਦੱਸੋ ਕਿ ਇਹ ਉਪਭਾਸ਼ਾ ਹੈ, ਲਿਪੀ ਹੈ, ਵਿਆਕਰਨ ਹੈ ਜਾਂ ਫਿਰ ਕਾਰਜਸ਼ੈਲੀ ਹੈ। ਜਿਵੇਂ ਮੰਨ ਕੇ ਚੱਲੋ ਤੁਸੀਂ ਭਾਸ਼ਾ ਨੂੰ ਸਿੱਖਣਾ ਚਾਹੁੰਦੇ ਹੋ, ਵੀ ਤੁਸੀਂ ਜੇਕਰ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਪੰਜਾਬੀ ਸਿੱਖਣਾ ਚਾਹੁੰਦੇ ਹੋ, ਵੀ ਤੁਹਾਨੂੰ ਕੀ ਲੱਗਦਾ ਵੀ ਉਪਭਾਸ਼ਾ, ਲਿਪੀ, ਵਿਆਕਰਨ, ਕਾਰਜਸ਼ੈਲੀ, ਵੀ ਤੁਹਾਨੂੰ ਕੀ ਸਿੱਖਣ ਦੀ ਲੋੜ ਹੈ। ਠੀਕ ਹੈ ਜੀ। ਸਿੱਖਣ ਲਈ ਨਿਯਮਬੱਧ ਪ੍ਰਣਾਲੀ ਕੀ ਹੈ, ਵੀ ਤੁਸੀਂ ਸਟੈਪ ਬਾਏ ਸਟੈਪ ਸੀਕੁਐਂਸ ਦੇ ਵਿੱਚ ਇਨ ਆਰਡਰ, ਠੀਕ ਹੈ ਜੀ, ਕਿਸੇ ਆਰਡਰ ਦੇ ਵਿੱਚੋਂ ਤੁਸੀਂ ਕਿਵੇਂ ਕਿਸੇ ਭਾਸ਼ਾ ਨੂੰ ਸਿੱਖ ਸਕਦੇ ਹੋ, ਉਪਭਾਸ਼ਾ ਰਾਹੀਂ, ਲਿਪੀ ਰਾਹੀਂ, ਵਿਆਕਰਨ ਰਾਹੀਂ, ਕਾਰਜਸ਼ੈਲੀ ਰਾਹੀਂ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਆਪਸ਼ਨ ਨੰਬਰ ਸੀ। ਜਦੋਂ ਤੱਕ ਤੁਸੀਂ ਵਿਆਕਰਨ ਸਿੱਖਦੇ ਹੋ, ਕਿਉਂਕਿ ਇਹਦੇ ਵਿੱਚ ਹੀ ਸਾਰੇ ਜਿਹੜੇ ਰੂਲ ਹੈ ਜੀ ਇਹ ਦੱਸੇ ਜਾਂਦੇ ਹੁੰਦੇ ਆ ਕਿ ਵਿਆਕਰਨ ਜਦੋਂ ਤੁਸੀਂ ਸਿੱਖਦੇ ਹੋ, ਵਿਆਕਰਨ ਦੇ ਸਿੱਖਣ ਦੇ ਨਾਲ ਹੀ ਜਿਹੜੇ ਵੀ ਰੂਲਸ ਹੈਗੇ ਆ ਜੀ, ਤੁਸੀਂ ਕਿਸ ਸ਼ਬਦ ਨੂੰ ਕਿਵੇਂ ਬੋਲਣਾ, ਉੱਥੇ ਤੁਸੀਂ ਨਾਂਵ ਪੜਨਾਂਵ ਦੀ, ਨਾਊਨ ਪ੍ਰਨਾਊਨ ਦੀ, ਐਡਜੈਕਟਿਵ ਦੀ ਤੇ ਹੋਰ ਕੰਜੰਕਸ਼ਨ ਦੀ, ਪ੍ਰੈਪੋਜੀਸ਼ਨ ਦੀ ਵਰਤੋਂ ਕਰਨੀ ਕਿਵੇਂ ਆ ਜੀ, ਇਹ ਤੁਹਾਨੂੰ ਵਿਆਕਰਨ ਦੇ ਥਰੂ ਹੀ ਪਤਾ ਲੱਗਦਾ ਹੈ। ਸੋ ਨਿਯਮਬੱਧ ਜਿਹੜੀ ਪ੍ਰਣਾਲੀ ਹੈ ਭਾਸ਼ਾ ਸਿੱਖਣ ਲਈ, ਆਪਸ਼ਨ ਨੰਬਰ ਸੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ, ਵਿਆਕਰਨ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਜਿਹੜਾ ਅਗਲਾ ਪ੍ਰਸ਼ਨ ਹੈ, ਇੱਕ ਚੰਗੀ ਪਾਠ ਪੁਸਤਕ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਯੋਗ ਨਹੀਂ ਵਿਖਾਈ ਦਿੰਦਾ। ਇੱਕ ਚੰਗੀ ਪਾਠ ਪੁਸਤਕ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਯੋਗ ਨਹੀਂ ਵਿਖਾਈ ਦਿੰਦਾ। ਸੋ ਇੱਕ ਤੁਹਾਨੂੰ ਪੁੱਛਿਆ ਜਾ ਰਿਹਾ, ਮੰਨ ਕੇ ਚੱਲੋ ਵੀ ਤੁਸੀਂ ਇੱਕ ਰਾਈਟਰ ਹੋ ਜਾਂ ਫਿਰ ਕੋਈ ਪ੍ਰਿੰਟਿੰਗ ਤੁਹਾਡੀ ਮਸ਼ੀਨ ਹੈ, ਠੀਕ ਹੈ ਜੀ, ਜੇਕਰ ਤੁਸੀਂ ਉਹ ਕਿਤਾਬ ਛਾਪ ਰਹੇ ਹੋ, ਸੋ ਤੁਹਾਨੂੰ ਕੀ ਲੱਗਦਾ ਵੀ ਬੱਚਿਆਂ ਦੇ ਲਈ, ਜੇ ਚੰਗੀ ਪਾਠ ਪੁਸਤਕ ਦੀ ਗੱਲ ਕੀਤੀ ਜਾ ਰਹੀ ਹੈ ਮਤਲਬ ਕਿ ਤੁਸੀਂ ਬੱਚਿਆਂ ਦੀ ਹੀ ਗੱਲ ਸੋਚ ਕੇ ਕਰਿਓ ਕੋਈ ਵੀ ਗੱਲ, ਕਿਉਂਕਿ ਤੁਸੀਂ ਕਿਤਾਬ ਛਾਪ ਕਿਹਦੇ ਲੈ ਰਹੇ ਹੋ, ਪ੍ਰਿੰਟ ਕਿਹਦੇ ਲਈ ਕਰ ਰਹੇ ਹੋ, ਬੱਚਿਆਂ ਲਈ ਕਰ ਰਹੇ ਹੋ। ਸੋ ਤੁਸੀਂ ਇਹ ਦੱਸੋ ਵੀ ਕਿਹੜੀ ਗੱਲ ਹੈ। ਇੱਥੇ ਤਿੰਨ ਆਪਸ਼ਨ ਤਾਂ ਇਹੋ ਜਿਹੇ ਹੋਣਗੇ ਵੀ ਜਿਹੜੇ ਕਿ ਹੋਣਗੇ ਜ਼ਰੂਰੀ, ਤੇ ਇੱਕ ਆਪਸ਼ਨ ਹੋਊਗਾ ਵੀ ਜਿਹੜਾ ਯੋਗ ਨਹੀਂ ਹੋਊਗਾ। ਸੋ ਵੇਖ ਕੇ ਦੱਸੋ ਕਿ ਕਿਹੜਾ ਆਪਸ਼ਨ ਹੈ ਜੀ ਜ਼ਰੂਰੀ ਨਹੀਂ ਹੈ। ਬੱਚਿਆਂ ਦੇ ਅਨੁਕੂਲ, ਵਿਸ਼ਾ ਵਸਤੂ, ਵਿਆਕਰਣਿਕ ਸ਼ੁੱਧਤਾ, ਭਾਸ਼ਾ ਸ਼ੈਲੀ ਦੀ ਸਪਸ਼ਟਤਾ ਜਾਂ ਫਿਰ ਕੇਵਲ ਤਸਵੀਰਾਂ ਦੀ ਭਰਮਾਰ।
ठीक है जी। सो ऑप्शन नंबर जे आप पहले नूं वेखीए, पहला कि ये योग कह सकते हैं जी, योग है जे किताब आप कोई छापनी है, या फिर कह सकते हैं कि किसी किताब की विशेषता है, ये बिल्कुल है, क्योंकि जो भी आप बच्चों के अनुकूल जिहड़ा सबजैक्ट मैटर उन्हां दे विच्चों किताबां दे विच्चों दिता जा रहा, प्रोवाइड करवाया जा रहा, सो बच्चों की उम्र के हिसाब नाल भी स्टैप बाय स्टैप ਜਿਹੜੇ मैक्सिमम ऑफ टीचिंग हैगे आ जी उन्होंने फॉलो किया जाए, जिमें कि ईजी टू ਹੁੰਦਾ ना जी, जिमें कि ईजी टू कंपलैक्स। सो ये सारिया गल्लां फॉलो किया जाना चाहिए। सो ऑप्शन नंबर ए की है जी, ये तुहाडी चंगी पाठ पुस्तक की विशेषता हैगी आ। ऑप्शन नंबर बी नूं वेखीए तो एक है व्याकरणिक शुद्धता। सो ये बिल्कुल ये भी गल होनी चाहिए है कि जिमें कि पाठ पुस्तकों की विशेषता जो आप करते होंगे भी वो ग्रामैटिकल मिसटेक्स नहीं होनी चाहिए। ऑप्शन नंबर जे आप सी नूं वेखीए कि भाषा शैली की स्पष्टता, भी जिहड़ी भी वो भाषा शैली वरतों की गई है जिहड़ी भी भाषा की, सो बहुत ही चंगे तरीके नाल की गई होवे कि बच्चों को समझ लग सके। तो ऑप्शन नंबर जे आप डी नूं वेखीए भी केवल, नाले तुसीं ये वेखियो, वैसे तो मैनूं पता भी ये तुसीं जवाब है जी पहला ही सही दे दिता होगा, बट मैं फिर भी इहनूं समझाउण ते टाइम लाया क्योंकि इस हिसाब का तुहानूं होर भी प्रश्न पूछे जा सकते हैं, क्योंकि इत्थे तुहानूं पाठ पुस्तकों की विशेषता तो संबंधित अगले ਪ੍ਰੀਖਿਆ ਦੇ ਵਿੱਚ भी तुहानूं पूछा जा सकता जिथे तुहानूं ऑप्शन नंबर ए दस्सिया होवे। ठीक है जी, ठीक है। सो इत्थे जिहड़ा सही जवाब है ऑप्शन नंबर डी कि केवल तस्वीरां दी भरमार। सो ये गल तां ठीक नहीं हैगी। ओके जी। सो ऑप्शन नंबर जिहड़ा डी है जी, ये तुहाडा सही जवाब है। तस्वीरां दे नाल नाल आपां नूं बाकीआं गल्लां नूं भी वेखना पैंदा। सो ऑप्शन नंबर डी इज़ द राइट आंसर। चलदे हां जी अगले प्रश्न ते। पाठ पुस्तक उत्ते ਵਧੇਰੇ निर्भर होण करके किस गल उत्ते जोर ਦਿੰਦੇ ਹਨ, भी पाठ पुस्तक उत्ते ਵਧੇਰੇ निर्भर होण करके भी किस गल उत्ते जोर ਦਿੰਦੇ ਹਨ। ਤੁਸੀਂ ਦੱਸੋ ਖੇਡਣ ਵੱਲ ਧਿਆਨ ਦਿੰਦੇ ਹਨ, ਪੜ੍ਹਾਈ ਵੱਲ ਧਿਆਨ ਦਿੰਦੇ ਹਨ, ਸੌਰੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਜਾਂ ਫਿਰ ਵਧੇਰੇ ਪੜ੍ਹਾਈ ਕਰਦੇ ਹਨ, ਜਾਂ ਫਿਰ ਰੱਟਾ ਲਗਾਉਣ ਉੱਤੇ। ਸੋ ਇਹ ਗੱਲ ਵੈਸੇ ਸਟੂਡੈਂਟ ਜਿਵੇਂ ਤੁਹਾਨੂੰ ਪੁੱਛੀ ਜਾ ਰਹੀ ਹੈ ਵੀ ਜਦੋਂ ਵੀ ਬੱਚੇ ਕੋਲ ਕਿਤਾਬ ਹੈ ਜੀ, ਠੀਕ ਹੈ ਜੀ, ਸੋ ਉਹ ਸਾਰੀ ਡਿਪੈਂਡੈਂਸੀ ਜਿਹੜੀ ਉਹਨਾਂ ਦੀ ਨਿਰਭਰਤਾ ਹੈਗੀ ਆ ਵੀ ਉਹ ਕਿਤਾਬਾਂ ਤੇ ਹੀ ਆ। ਠੀਕ ਹੈ ਜੀ, ਜਿਵੇਂ ਕਿ ਅੱਜ ਕੱਲ੍ਹ ਆਤਮ ਨਿਰਭਰ ਜਿਹੜਾ ਭਾਰਤ ਹੈ ਜੀ ਉਹਦੀ ਵੀ ਬਹੁਤ ਗੱਲ ਕੀਤੀ ਜਾਂਦੀ ਆ। ਸੋ ਇਹੀ ਗੱਲ ਇੱਥੇ ਕੀਤੀ ਜਾ ਰਹੀ ਹੈ ਵੀ ਜੇ ਤੁਸੀਂ ਸਾਰੀ ਨਿਰਭਰਤਾ ਹੈ ਜੀ ਉਹ ਕਿਤਾਬਾਂ ਤੇ ਹੀ ਛੱਡ ਦਿਓ, ਸੋ ਇਹਦੇ ਨਾਲ ਕੀ ਹੋਊਗਾ। ਚਲੋ ਮੰਨ ਕੇ ਚੱਲਦੇ ਹਾਂ ਵੀ ਤੁਸੀਂ ਕੋਈ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਸੋ ਇਹਦੇ ਨਾਲ ਕੀ ਹੋਊਗਾ, ਤੁਸੀਂ ਸਾਰੀ ਨਿਰਭਰਤਾ ਜੇ ਉਸ ਤੇ ਕਿਤਾਬ ਤੇ ਹੀ ਲਗਾਤੀ ਵੀ ਤੁਸੀਂ ਕੋਈ ਟੀਚਰ ਦੀ ਹੈਲਪ ਨਹੀਂ ਲੈ ਰਹੇ ਹੋ। ਠੀਕ ਹੈ ਜੀ, ਸੋ ਇਹਦੇ ਨਾਲ ਕਿਤੇ ਨਾ ਕਿਤੇ ਖੇਡਣ ਵੱਲ ਧਿਆਨ ਦਿੰਦੇ ਹੋ, ਵੀ ਖੇਡਣ ਦਾ ਇਹਦਾ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ, ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਵਧੇਰੇ ਪੜ੍ਹਾਈ ਕਰਦੇ ਹਨ ਜਾਂ ਫਿਰ ਰੱਟਾ ਲਗਾਉਣ ਉੱਤੇ। ਸੋ ਆਪਸ਼ਨ ਨੰਬਰ ਜਿਹੜਾ ਡੀ ਹੈ ਜੀ, ਜੇਕਰ ਤੁਸੀਂ ਸਾਰਾ ਧਿਆਨ ਕਿਤਾਬਾਂ ਤੇ ਹੀ ਲਗਾ ਰਹੇ ਹੋ, ਵੀ ਸਾਰੀ ਡਿਪੈਂਡੈਂਸੀ ਹੈ ਜੇ ਕਿਤਾਬਾਂ ਤੇ ਹੀ ਛੱਡ ਰਹੇ ਹੋ, ਸੋ ਕਿਤੇ ਨਾ ਕਿਤੇ ਤੁਸੀਂ ਰੱਟਾ ਲਗਾਉਣ ਤੇ ਹੀ ਜ਼ੋਰ ਦੇ ਰਹੇ ਹੋ। ਠੀਕ ਹੈ ਜੀ, ਸੋ ਆਪਸ਼ਨ ਨੰਬਰ ਡੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਸਕੂਲਾਂ ਦੇ ਵਿੱਚੋਂ ਵੀ ਆਪਾਂ ਕਾਫੀ ਵਾਰ ਵੇਖਿਆ ਹੁੰਦਾ ਕਿ ਜਦੋਂ ਆਪਾਂ ਵੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਵੀ ਕੁਝ ਮਾਸਟਰ ਤਾਂ ਚੰਗੇ ਹੁੰਦੇ ਸੀਗੇ, ਬਟ ਕੁਝ ਇਹੋ ਜਿਹੇ ਹੁੰਦੇ ਸੀਗੇ ਕਿ ਗਾਈਡਾਂ ਫੜਾ ਦਿੰਦੇ ਸੀ ਤੇ ਕਹਿ ਦਿੰਦੇ ਸੀ ਕਿ ਹਾਂ ਵੀ ਇਹਨਾਂ ਨੂੰ ਰੱਟੇ ਲਗਾ ਲਓ ਤੇ ਬਸ ਪੇਪਰ ਦੇ ਵਿੱਚ ਬਹਿ ਜਾਓ। ਠੀਕ ਹੈ ਜੀ, ਜੇ ਉਸ ਟਾਈਮ ਉਹਨਾਂ ਨੇ ਚੰਗੀ ਤਰ੍ਹਾਂ ਕਲਾਸਾਂ ਲਗਾਈਆਂ ਹੁੰਦੀਆਂ, ਵੀ ਸਾਨੂੰ ਸੈਂਟੈਂਸ ਬਣਾਉਣੇ ਸਿਖਾਏ ਹੁੰਦੇ, ਤਾਂ ਕਿਤੇ ਨਾ ਕਿਤੇ ਆਪਾਂ ਵੀ ਆਪਣੀ ਜਿਹੜੀ ਗ੍ਰਾਮਰ ਹੈ ਜਾਂ ਫਿਰ ਇੰਗਲਿਸ਼ ਹੈ ਜੀ ਜਾਂ ਫਿਰ ਕਿਸੇ ਹੋਰ ਸਬਜੈਕਟ ਦੀ ਵੀ ਗੱਲ ਇੱਥੇ ਤੁਸੀਂ ਮੰਨ ਕੇ ਚੱਲੋ ਵੀ ਉਹ ਬਹੁਤ ਹੀ ਵਧੀਆ ਹੁੰਦੀ। ਠੀਕ ਹੈ ਜੀ, ਸੋ ਆਪਸ਼ਨ ਨੰਬਰ ਜਿਹੜਾ ਡੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਹੇਠ ਲਿਖਿਆ ਵਿੱਚੋਂ ਕਿਹੜਾ ਅਧਿਆਪਨ ਦਾ ਬਿਜਲਈ ਯੰਤਰ ਨਹੀਂ ਕਿਹਾ ਜਾ ਸਕਦਾ। ਕਾਫੀ ਸੌਖਾ ਕੁਐਸਚਨ ਹੈ ਜੀ, ਤੁਹਾਨੂੰ ਇੱਥੇ 4 ਆਪਸ਼ਨਾਂ ਦਿੱਤੀਆਂ ਹੋਈਆਂ, ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਯੰਤਰ ਹੈ ਜੀ ਜਿਹੜਾ ਬਿਜਲੀ ਨਾਲ ਨਹੀਂ ਚੱਲਦਾ। ਬਿਜਲਈ ਯੰਤਰ ਉਹਨੂੰ ਨਹੀਂ ਕਿਹਾ ਜਾ ਸਕਦਾ ਕਿ ਉਹ ਕੰਪਿਊਟਰ ਹੈ, ਦੂਰਦਰਸ਼ਨ ਹੈ, ਓਵਰ ਹੈਡ ਪ੍ਰੋਜੈਕਟਰ ਹੈ ਜਾਂ ਤਾਂ ਫਿਰ ਉਹ ਬਲੈਕ ਬੋਰਡ ਹੈ। ਸੋ ਦੋਸਤੋ ਇੱਥੇ ਜਿਹੜਾ ਸਹੀ ਜਵਾਬ ਹੈ, ਇੱਥੇ ਸਹੀ ਜਵਾਬ ਆਪਸ਼ਨ ਨੰਬਰ ਸੀ ਤਾਂ ਬਿਲਕੁਲ ਵੀ ਨਹੀਂ ਹੈ, ਇਹ ਹੈ ਬਲੈਕ ਬੋਰਡ। ਠੀਕ ਹੈ ਜੀ, ਵੈਸੇ ਮੈਨੂੰ ਪਤਾ ਤੁਸੀਂ ਬਲੈਕ ਬੋਰਡ ਹੀ ਦਾ ਜਵਾਬ ਦਿੱਤਾ ਹੋਊਗਾ, ਤੇ ਬਲੈਕ ਬੋਰਡ ਲਈ ਤਾਂ ਇਕੱਲਾ ਚੌਕ ਹੀ ਚਾਹੀਦਾ ਹੁੰਦਾ। ਵੈਸੇ ਤਾਂ ਅੱਜ ਕੱਲ੍ਹ ਡਿਜੀਟਲ ਬੋਰਡ ਵੀ ਆ ਗਏ ਵੈਸੇ ਤਾਂ, ਬਟ ਇੱਥੇ ਜਿਹੜਾ ਆਪਣਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ, ਵੀ ਬਲੈਕ ਬੋਰਡ ਲਈ ਤਾਂ ਇਕੱਲੇ ਚੌਕ ਦੀ ਹੀ ਜਾਂ ਫਿਰ ਡਸਟਰ ਦੀ ਹੀ ਵਰਤੋਂ ਕੀਤੀ ਜਾਂਦੀ ਆ। ਸੋ ਆਪਸ਼ਨ ਨੰਬਰ ਡੀ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਭਾਸ਼ਾ, ਇੱਥੇ ਭਾਸ਼ਾ ਥੋੜ੍ਹਾ ਜਿਹਾ ਨਾ ਮੈਨੂੰ ਲੱਗਦਾ ਵੀ ਲਿਖਿਆ ਨਹੀਂ ਗਿਆ, ਮੈਂ ਇੱਕ ਵਾਰ ਵੈਸੇ ਲਿਖਣ ਦੀ ਕੋਸ਼ਿਸ਼ ਕਰਦਾ। ਭਾਸ਼ਾ, ਠੀਕ ਹੈ ਜੀ, ਭਾਸ਼ਾ ਮੁਲਾਂਕਣ ਰਾਹੀਂ ਕੀ ਮਾਪਿਆ ਜਾਂਦਾ ਹੈ, ਤੁਸੀਂ ਇਹ ਦੱਸੋ। ਭਾਸ਼ਾ ਮੁਲਾਂਕਣ ਲਈ ਕੀ ਵਿਆਕਰਣ ਦੀ ਮੁੱਢਲੀ ਜਾਣਕਾਰੀ ਮਾਪੀ ਜਾਂਦੀ ਹੈ, ਜਾਂ ਫਿਰ ਭਾਸ਼ਾ ਦੇ ਸਾਰੇ ਕੌਸ਼ਲਾਂ ਵਿੱਚ ਨਿਪੁੰਨਤਾ, ਜਾਂ ਤਾਂ ਫਿਰ ਸ਼ੁੱਧ ਉਚਾਰਨ ਜਾਂ ਫਿਰ ਸਪਸ਼ਟ ਉਚਾਰਨ। ਸੋ ਜੇ ਆਪਾਂ ਗੱਲ ਕਰੀਏ ਭਾਸ਼ਾ ਮੁਲਾਂਕਣ ਰਾਹੀਂ ਸ਼ੁੱਧ ਉਚਾਰਨ ਤੇ ਸਪਸ਼ਟ ਉਚਾਰਨ ਇਹ ਮਾਪਿਆ ਜਾਂਦਾ, ਬਿਲਕੁਲ ਮਾਪਿਆ ਜਾਂਦਾ ਜੀ। ਵਿਆਕਰਣ ਦੀ ਮੁੱਢਲੀ ਜਾਣਕਾਰੀ ਵੀ ਮਾਪੀ ਜਾਂਦੀ ਆ। ਸੋ ਇੱਥੇ ਸਹੀ ਜਵਾਬ ਕਿਹੜਾ ਹੋ ਸਕਦਾ, ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ ਦੇ ਵਿੱਚ ਤਾਂ ਸਾਰੇ ਕੌਸ਼ਲਾਂ ਦੀ ਗੱਲ ਕੀਤੀ ਜਾ ਰਹੀ ਹੈ ਨਾ, ਜਿੱਥੇ ਆਪਾਂ LSRW ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ ਦੀ ਗੱਲ ਕਰਦੇ ਹਾਂ। ਸੋ ਆਪਸ਼ਨ ਨੰਬਰ ਬੀ ਦੇ ਵਿੱਚ ਤਾਂ ਸਾਰੇ ਹੀ ਆ ਗਏ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਵੇਖਣਾ ਪਊਗਾ ਆਪਸ਼ਨ ਨੰਬਰ ਜਿਹੜਾ ਬੀ ਹੈ ਇਹਦੇ ਵਿੱਚ ਸਾਰੀਆਂ ਹੀ ਗੱਲਾਂ ਆ ਜਾਂਦੀਆਂ। ਸੋ ਆਪਸ਼ਨ ਨੰਬਰ ਬੀ ਤੁਹਾਡਾ ਸਹੀ ਜਵਾਬ ਹੈ। ਕਾਫੀ ਸੌਖਾ ਕੁਐਸਚਨ ਸੀਗਾ ਜੀ ਇਹ ਵੀ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਸਤੂਨਿਸ਼ਟ ਪ੍ਰਸ਼ਨ ਵਿਦਿਆਰਥੀ ਦੀ ਕਿਸ ਯੋਗਤਾ ਤੋਂ ਜਾਣੂ ਕਰਾਉਂਦੇ ਹਨ।
ਵੀ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਹੁੰਦੇ ਹੈਗੇ ਜੀ, ਵਸਤੂਨਿਸ਼ਟ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਆਬਜੈਕਟਿਵ ਟਾਈਪ ਕੁਐਸਚਨ ਹੁੰਦੇ ਆ। ਸੋ ਆਬਜੈਕਟਿਵ ਟਾਈਪ ਜਿਹੜੇ ਕੁਐਸਚਨ ਹੁੰਦੇ ਆ ਵੀ ਉਹਨਾਂ ਨੂੰ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਵੀ ਵਿਦਿਆਰਥੀ ਦੀ ਕਿਹੜੀ ਯੋਗਤਾ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਬੱਚਿਆਂ ਦੀ। ਸੋ ਇੱਥੇ ਕੀ ਉਹ ਲਿਖਣ ਦੀ ਗਤੀ ਹੈ, ਕੀ ਉਹ ਵਿਸ਼ੇ ਦੀ ਡੂੰਘੀ ਜਾਣਕਾਰੀ ਹੈ, ਜਾਂ ਤਾਂ ਉਹ ਸ਼ਬਦਾਵਲੀ ਹੈ, ਜਾਂ ਤਾਂ ਉਹ ਰੱਟਾ ਸ਼ਕਤੀ ਹੈ। ਸੋ ਦੋਸਤੋ ਦੱਸੋ ਵੀ ਜਦੋਂ ਜਿਹੜੇ ਵੀ ਵਸਤੂਨਿਸ਼ਟ ਪ੍ਰਸ਼ਨ ਹੁੰਦੇ ਆ, ਜਿਹੜੇ ਵੀ ਸ਼ਾਰਟ ਆਨਸਰ ਟਾਈਪ ਕੁਐਸਚਨ ਹੁੰਦੇ ਆ, ਜਿਵੇਂ ਕਿ ਸ਼ਾਰਟ ਆਨਸਰ ਟਾਈਪ ਨਹੀਂ ਕਹੂੰਗਾ ਮੈਂ ਇਹਨੂੰ, ਆਬਜੈਕਟਿਵ ਟਾਈਪ ਕੁਐਸਚਨ ਹੀ ਆਪਾਂ ਕਹਿੰਦੇ ਆ। ਸ਼ਾਰਟ ਆਨਸਰ ਟਾਈਪ ਕੁਐਸਚਨ ਤਾਂ ਹੋਰ ਹੀ ਹੁੰਦੇ ਆ, ਜਿਵੇਂ ਕਿ ਮੈਂ ਤੁਹਾਨੂੰ ਇਹ ਪ੍ਰਸ਼ਨ ਪੁੱਛ ਲੈਂਦਾ, ਇੱਥੇ ਸਾਰੀਆਂ ਹੀ ਜਿਹੜੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਮੈਂ ਸਾਰਿਆਂ ਨੂੰ ਕੱਟ ਕੇ ਪੁੱਛਦਾ ਕਿ ਵਸਤੂਨਿਸ਼ਟ ਪ੍ਰਸ਼ਨ ਵਿਦਿਆਰਥੀ ਦੀ ਕਿਸ ਯੋਗਤਾ ਤੋਂ ਜਾਣੂ ਕਰਾਉਂਦੇ ਹਨ, ਫਿਰ ਤੁਸੀਂ ਇੱਕ ਲਾਈਨ ਦੇ ਵਿੱਚ ਉਹਦਾ ਜਵਾਬ ਦੇਣਾ ਸੀਗਾ। ਉਹਨੂੰ ਆਪਾਂ ਕਹਿ ਦਿੰਦੇ ਆ ਛੋਟੇ ਪ੍ਰਸ਼ਨਾਂ ਵਾਲੇ, ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਠੀਕ ਹੈ ਜੀ। ਸੋ ਇੱਥੇ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਪੁੱਛਿਆ ਜਾ ਰਿਹਾ। ਸੋ ਤੁਹਾਨੂੰ ਇਹ ਦੱਸੋ ਲਿਖਣ ਦੀ ਗਤੀ, ਵਿਸ਼ੇ ਦੀ ਡੂੰਘੀ ਜਾਣਕਾਰੀ, ਸ਼ਬਦਾਵਲੀ ਜਾਂ ਫਿਰ ਰੱਟਾ ਸ਼ਕਤੀ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਆਪਸ਼ਨ ਨੰਬਰ ਬੀ। ਵਿਸ਼ੇ ਦੀ ਜੇ ਤੁਹਾਨੂੰ ਡੂੰਘੀ ਜਾਣਕਾਰੀ ਹੋਵੇਗੀ ਫਿਰ ਹੀ ਤੁਸੀਂ ਇਹਨਾਂ ਆਬਜੈਕਟਿਵ ਟਾਈਪ ਜਿਹੜੇ ਕੁਐਸਚਨ ਹੈ ਜੀ ਇਹਨਾਂ ਨੂੰ ਸੋਲਵ ਕਰ ਸਕਦੇ ਹੋ। ਜਿਵੇਂ ਕਿ ਕੋਈ ਮੰਨ ਕੇ ਚੱਲੋ ਕੁਝ ਇਹੋ ਜਿਹੇ ਆਪਣੇ ਵਿਦਿਆਰਥੀ ਹੋਣਗੇ ਜਿਨ੍ਹਾਂ ਨੇ ਰੀਟ ਦੇ ਪੇਪਰ 'ਚੋਂ SST ਫਿਲ ਕੀਤੀ ਹੋਊਗੀ, ਕਈਆਂ ਨੇ ਸਾਇੰਸ ਦਾ ਜਿਹੜਾ ਪ੍ਰਸ਼ਨ ਹੈ ਜੀ ਉਹ ਫਿਲ ਕੀਤਾ ਹੋਊਗਾ। ਜੇਕਰ ਤੁਹਾਨੂੰ ਕੋਈ ਪ੍ਰਸ਼ਨ ਇੱਥੇ ਪੁੱਛ ਲਿਆ ਜਾਂਦਾ, ਠੀਕ ਹੈ ਜੀ, ਕਿ ਮੁਹੰਮਦ ਗਜ਼ਨਵੀ ਨੇ ਵੀ ਭਾਰਤ ਤੇ ਕਿੰਨੀ ਵਾਰ ਹਮਲਾ ਕੀਤਾ ਸੀਗਾ, ਸੋ ਆਪਸ਼ਨਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ। ਸੋ ਉੱਥੇ ਤੁਸੀਂ ਤੁੱਕਾ ਥੋੜੀ ਲਗਾਓਗੇ, ਤੁਸੀਂ ਵੇਖ ਲਓਗੇ ਕਿ ਅੱਛਾ ਜੀ ਠੀਕ ਆ ਵੀ ਇਹਦਾ ਆ ਜਵਾਬ ਹੈ ਜੀ, ਇੱਥੇ 17 ਲਿਖਿਆ ਹੋਇਆ, ਮਤਲਬ ਇਹ ਕਿ ਤੁਸੀਂ ਡੂੰਘਾਈ ਦੇ ਵਿੱਚ ਉਹਦੀ ਪੜ੍ਹਾਈ ਕੀਤੀ ਹੋਈ ਆ, ਫਿਰ ਹੀ ਤੁਸੀਂ ਉਹਦਾ ਜਿਹੜਾ ਜਵਾਬ ਹੈ ਜੀ ਤੁਸੀਂ ਦੇ ਸਕਦੇ ਹੋ ਨਾ। ਸੋ ਇਹ ਮੈਂ ਵੈਸੇ ਤੁਹਾਨੂੰ ਸਮਝਾਉਣ ਲਈ ਹੀ ਜਸਟ ਐਗਜ਼ਾਮਪਲ ਲਿੱਤੀ ਹੈ ਕਿ ਜੇਕਰ ਤੁਹਾਨੂੰ ਕਿਸੇ ਵਿਸ਼ੇ ਦੀ ਡੂੰਘੀ ਜਾਣਕਾਰੀ ਹੋਊਗੀ ਫਿਰ ਹੀ ਤੁਸੀਂ ਇਹਨਾਂ ਆਪਸ਼ਨਾਂ ਨੂੰ ਹੈ ਜੀ ਜਵਾਬ ਹੈ ਜੀ ਉਹ ਦੇ ਸਕਦੇ ਹੋ। ਸੋ ਆਪਸ਼ਨ ਨੰਬਰ ਬੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਬੱਚਿਆਂ ਦੇ ਭਾਸ਼ਾ ਸੰਬੰਧੀ ਬੋਧ ਅਤੇ ਉਹਨਾਂ ਦੀ ਯਾਦ ਸ਼ਕਤੀ ਬੱਚਿਆਂ ਦੇ ਭਾਸ਼ਾ ਸੰਬੰਧੀ ਬੋਧ ਅਤੇ ਉਹਨਾਂ ਦੀ ਯਾਦ ਸ਼ਕਤੀ ਦੀ ਪ੍ਰੀਖਿਆ ਲਈ ਕਿਹੜੀ ਵਿਧੀ ਉਪਯੋਗ ਵਿੱਚ ਲਿਆਂਦੀ ਜਾਂਦੀ ਹੈ। ਸੋ ਦੋਸਤੋ ਦੱਸੋ ਕਿ ਬੱਚਿਆਂ ਦੇ ਭਾਸ਼ਾ ਸੰਬੰਧੀ ਬੋਧ ਅਤੇ ਠੀਕ ਹੈ ਜੀ ਉਹਨਾਂ ਦੀ ਯਾਦ ਸ਼ਕਤੀ ਦੀ ਪ੍ਰੀਖਿਆ ਲਈ ਕਿਹੜੀ ਵਿਧੀ ਉਪਯੋਗ ਵਿੱਚ ਲਿਆਂਦੀ ਜਾਂਦੀ ਹੈ। ਕਿ ਉਹ ਨਿਬੰਧਨਾਤਮਕ ਪ੍ਰੀਖਿਆ ਹੈ, ਵਸਤੂਨਿਸ਼ਟ ਪ੍ਰੀਖਿਆ ਹੈ, ਲਘੂ ਉਤਰਾਤਮਕ ਪ੍ਰੀਖਿਆ ਹੈ ਜਿਹਦੀ ਆਪਾਂ ਹੁਣੇ ਗੱਲ ਕੀਤੀ ਸੀਗੀ ਸ਼ਾਰਟ ਆਨਸਰ ਟਾਈਪ ਕੁਐਸਚਨ, ਜਾਂ ਤਾਂ ਫਿਰ ਓਰਲ ਪ੍ਰੀਖਿਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਮੌਖਿਕ ਪ੍ਰੀਖਿਆ ਕਹਿੰਦੇ ਆ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਇਹ ਗੱਲ ਕੀਤੀ ਜਾ ਰਹੀ ਹੈ ਇਹ ਕਿਤੇ ਨਾ ਕਿਤੇ ਯਾਦ ਸ਼ਕਤੀ ਦੀ, ਮੈਮੋਰਾਈਜੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹਦੇ ਲਈ ਜਦੋਂ ਤੁਸੀਂ ਇਹਨੂੰ ਪਰਖਣਾ ਚਾਹੁੰਦੇ ਹੋ ਵੀ ਇਹਦੀ ਕਹਿ ਸਕਦੇ ਆ ਵੀ ਉਪਯੋਗ ਵਿੱਚ ਲਿਆਂਦੀ ਜਾਂਦੀ ਆ, ਸੋ ਕਿਹੜੀ ਵਿਧੀ ਹੈ ਜੀ ਉਹ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਹੋਏਗਾ ਵਸਤੂਨਿਸ਼ਟ ਪ੍ਰਸ਼ਨ। ਸੋ ਇੱਥੇ ਕੀ ਪੁੱਛਿਆ ਜਾ ਰਿਹਾ ਵੀ ਸੰਬੰਧੀ ਬੋਧ ਅਤੇ ਉਹਨਾਂ ਦੀ ਯਾਦ ਸ਼ਕਤੀ, ਠੀਕ ਹੈ ਜੀ। ਸੋ ਯਾਦ ਸ਼ਕਤੀ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਵਸਤੂਨਿਸ਼ਟ ਡੂੰਘਾਈ ਵਾਲੇ ਪ੍ਰਸ਼ਨ ਹੀ ਹੋ ਗਏ ਨਾ ਇਹ ਤਾਂ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਵਸਤੂਨਿਸ਼ਟ ਪ੍ਰੀਖਿਆ ਹੁੰਦੀ ਹੈ ਆਬਜੈਕਟਿਵ ਟਾਈਪ ਪ੍ਰਸ਼ਨ। ਸੋ ਇਹਦੇ ਵਿੱਚ ਜਿਹੜੀ ਤੁਹਾਡੀ ਯਾਦ ਸ਼ਕਤੀ ਹੈ ਜੀ ਇਹਦੇ ਲਈ ਇਹ ਵਿਧੀ ਹੈ ਜੀ ਇਹਨੂੰ ਆਪਾਂ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ। ਚੱਲਦੇ ਹਾਂ ਜੀ ਅੱਜ ਦੇ ਆਪਣੇ ਸੈਕੰਡ ਲਾਸਟ ਪ੍ਰਸ਼ਨ ਤੇ। ਸੈਕੰਡ ਲਾਸਟ ਜਿਹੜਾ ਪ੍ਰਸ਼ਨ ਹੈ ਜੀ ਵਸਤੂਨਿਸ਼ਟ ਪ੍ਰੀਖਿਆ, ਇਹ ਵੀ ਸੇਮ ਹੀ ਕੁਐਸਚਨ ਹੈ ਵੈਸੇ ਤਾਂ, ਵੀ ਪ੍ਰੀਖਿਆ ਲਈ ਕਿਹੜੀ ਗੱਲ ਠੀਕ ਨਹੀਂ ਹੈ। ਇੱਥੇ ਹੁਣ ਇਹ ਦੱਸੋ ਵੀ ਤਿੰਨ ਤਾਂ ਆਪਸ਼ਨਾਂ ਹੋਣਗੀਆਂ ਸਹੀ, ਇੱਕ ਆਪਸ਼ਨ ਹੋਊ ਗਲਤ। ਪ੍ਰਸ਼ਨਾਂ ਦੀ ਸੰਖਿਆ ਹੈ ਜੀ ਉਹ ਘੱਟ ਹੁੰਦੀ ਹੈ, ਪ੍ਰਸ਼ਨਾਂ ਦੇ ਉੱਤਰ ਸੀਮਿਤ ਹੁੰਦੇ ਹਨ, ਵਸਤੂਨਿਸ਼ਟ ਪ੍ਰਸ਼ਨ ਸਾਰੇ ਪਾਠਕ੍ਰਮ ਤੇ ਆਧਾਰਿਤ ਹੁੰਦੇ ਹਨ, ਜਾਂ ਫਿਰ ਇਹਨਾਂ ਵਿੱਚ ਵਿਸ਼ਾ ਵਸਤੂ ਰਟਣ ਦੀ ਲੋੜ ਨਹੀਂ ਹੁੰਦੀ। ਸੋ ਦੋਸਤੋ ਦੱਸੋ ਵਿਚ ਆਪਸ਼ਨ ਇਜ਼ ਰਾਈਟ। ਸੋ ਇੱਥੇ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਹੋਇਆ ਕਿ ਵਸਤੂਨਿਸ਼ਟ ਪ੍ਰੀਖਿਆ ਲਈ ਕਿਹੜੀ ਗੱਲ ਠੀਕ ਨਹੀਂ ਹੈ। ਸੋ ਇੱਥੇ ਜਿਹੜੇ ਪ੍ਰਸ਼ਨ ਹੁੰਦੇ ਆ ਜੀ ਇਹ ਤਾਂ ਕਾਫੀ ਇਹਨਾਂ ਦੇ ਉੱਤਰ ਸੀਮਿਤ ਜਿਹੇ ਹੁੰਦੇ ਆ, ਆਪਾਂ ਨੂੰ ਤੇ ਗੱਲ ਮੰਨਣੀ ਪਊਗੀ। ਸੋ ਇਹ ਗੱਲ ਤਾਂ ਸਹੀ ਹੈ। ਵਸਤੂਨਿਸ਼ਟ ਪ੍ਰਸ਼ਨ ਸਾਰੇ ਪਾਠਕ੍ਰਮਾਂ ਤੇ ਆਧਾਰਿਤ ਹੁੰਦੇ ਹਨ, ਵੀ ਜਿੰਨੇ ਵੀ ਉੱਤੇ ਪਾਠਕ੍ਰਮ ਹੁੰਦੇ ਆ ਵੀ ਉਹਨਾਂ ਦੇ ਬੇਸਡ ਹੀ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ, ਇਹ ਵੀ ਗੱਲ ਸਹੀ ਆ। ਸੋ ਇਹਨਾਂ ਵਿੱਚ ਵਿਸ਼ਾ ਵਸਤੂ ਰਟਣ ਦੀ ਲੋੜ ਨਹੀਂ ਹੁੰਦੀ। ਸੋ ਇਹ ਵੀ ਗੱਲ ਠੀਕ ਆ, ਜੇ ਤੁਸੀਂ ਵਿਸ਼ਾ ਵਸਤੂ ਰਟ ਲਿਆ ਤੇ ਫਿਰ ਕਿਤੇ ਨਾ ਕਿਤੇ ਇਹਨਾਂ ਕੁਐਸਚਨਾਂ ਦਾ ਜਵਾਬ ਹੈ ਜੀ ਨਹੀਂ ਦੇ ਸਕਦੇ। ਸੋ ਇਹਦੇ ਵਿੱਚ ਤੁਸੀਂ ਜਿਹੜਾ ਵੀ ਪ੍ਰਸ਼ਨ ਹੈ ਤੁਸੀਂ ਇਕੱਲਾ ਰਿਕੋਗਨਾਈਜ਼ ਹੀ ਕਰਨਾ ਹੁੰਦਾ, ਠੀਕ ਹੈ ਜੀ। ਜਿਹੜੇ ਵੀ ਪ੍ਰਸ਼ਨ ਹੋਣਗੇ ਕਿ ਅੱਛਾ ਇਹਦਾ ਇਹ ਜਵਾਬ ਸੀਗਾ, ਤੁਸੀਂ ਰਿਕੋਗਨਾਈਜ਼ ਕੀਤਾ ਤੇ ਉਹਦਾ ਜਵਾਬ ਹੈ ਜੀ ਉਹ ਦੇ ਦਿੱਤਾ। ਸੋ ਜੇਕਰ ਆਪਾਂ ਗੱਲ ਕਰੀਏ ਇੱਥੇ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਏ, ਵੀ ਇਹ ਗੱਲ ਠੀਕ ਨਹੀਂ ਹੈਗੀ। ਜਿਵੇਂ ਕਿ ਮੰਨ ਕੇ ਚੱਲੋ ਵੀ ਇੱਥੇ ਜਿਹੜੇ ਕੁਐਸਚਨ ਹੋਣਗੇ ਉਹ ਤਾਂ ਲਿਮਿਟਡ ਹੋਣਗੇ। ਸੋ ਕੀ ਪਤਾ ਉਹ ਕਿੰਨੇ ਕੁ ਲਿਮਿਟਡ ਹੋਣਗੇ, ਉਹ ਮਤਲਬ ਇਹ ਕਿ ਤੁਸੀਂ ਉਹੀ ਚੈਪਟਰ ਪੜ੍ਹ ਲਏ ਹੋਣ ਜਾਂ ਫਿਰ ਤੁਸੀਂ ਉਹੀ ਟੌਪਿਕ ਪੜ੍ਹ ਲਿਆ ਹੋਵੇ ਜਿੱਥੋਂ ਪ੍ਰਸ਼ਨ ਪੁੱਛ ਲਏ ਗਏ। ਸੋ ਜੇਕਰ ਉਹ ਪ੍ਰਸ਼ਨ ਹੋਣਗੇ ਜ਼ਿਆਦਾ ਤੇ ਤੁਹਾਡਾ ਕਿਤੇ ਨਾ ਕਿਤੇ ਸਿਲੇਬਸ ਵੀ ਕਵਰ ਹੋਊਗਾ ਨਾ, ਵੀ ਸਾਰੇ ਹੀ ਕਹਿ ਸਕਦੇ ਹਾਂ ਜੀ ਟੌਪਿਕ ਤੋਂ ਜੇ ਪ੍ਰਸ਼ਨ ਪੁੱਛਿਆ ਜਾਊਗਾ ਫਿਰ ਪਤਾ ਲੱਗੂਗਾ ਕਿ ਤੁਸੀਂ ਕਿੰਨੀ ਕੁ ਪੜ੍ਹਾਈ ਕੀਤੀ ਹੈ। ਸੋ ਪ੍ਰਸ਼ਨਾਂ ਦੇ ਸੰਖਿਆ ਘੱਟ ਹੋਣ ਕਰਕੇ ਵੀ ਆਪਾਂ ਇਸ ਵਿਧੀ ਨੂੰ ਥੋੜਾ ਜਿਹਾ ਆਪਾਂ ਗਲਤ ਹੈ ਜੀ ਉਹ ਮੰਨਦੇ ਹੁੰਦੇ ਹਾਂ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਏ ਹੈ ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ। ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਤੇ। ਲਾਸਟ ਪ੍ਰਸ਼ਨ ਨੂੰ ਵੇਖ ਲੈਂਦੇ ਹਾਂ ਜਿਹੜਾ ਇਹ ਐਸੇ ਟਾਈਪ ਕੁਐਸਚਨ ਦੀ ਗੱਲ ਕੀਤੀ ਜਾ ਰਹੀ ਹੈ। ਐਸੇ ਟਾਈਪ ਜਿਹੜੀ ਪ੍ਰੀਖਿਆ ਹੈ ਨਿਬੰਧਾਤਮਕ ਪ੍ਰੀਖਿਆ ਲਈ ਕਿਹੜੀ ਗੱਲ ਠੀਕ ਨਹੀਂ ਹੈ।
ਅਨੁਮਾਨ ਨਾਲ ਪ੍ਰਸ਼ਨਾਂ ਦੇ ਉੱਤਰ ਨਹੀਂ ਦਿੱਤੇ ਜਾ ਸਕਦੇ, ਜਾਂਚ ਕਾਰਜ ਲਈ ਘੱਟ ਮਿਹਨਤ ਤੇ ਸਮਾਂ ਲੱਗਦਾ ਹੈ, ਪ੍ਰਸ਼ਨ ਪੱਤਰ ਬਣਾਉਣ ਵਿੱਚ ਘੱਟ ਸਮਾਂ ਲੱਗਦਾ ਹੈ, ਜਾਂ ਤਾਂ ਫਿਰ ਨਕਲ ਦੀ ਸੰਭਾਵਨਾ ਘੱਟ ਹੁੰਦੀ ਹੈ। ਸੋ ਦੋਸਤੋ ਇੱਥੇ ਕਿਹੜਾ ਜਵਾਬ ਹੈ ਜੀ ਉਹ ਸਹੀ ਹੋ ਸਕਦਾ ਹੈ। ਸੋ ਸਾਰਿਆਂ ਨਾਲੋਂ ਪਹਿਲਾਂ ਤਾਂ ਆਪਾਂ ਵੇਖਾਂਗੇ ਵੀ ਸਹੀ ਜਵਾਬ ਕਿਹੜੇ ਆ। ਸਹੀ ਕਹਿਣ ਦਾ ਮਤਲਬ ਵੀ ਨਿਬੰਧਾਤਮਕ ਪ੍ਰੀਖਿਆ ਦੀ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ, ਆਪਾਂ ਇਹਨਾਂ ਦੇ ਵਿੱਚੋਂ 3 ਪਹਿਲਾਂ ਹੀ ਲੱਭ ਲੈਂਦੇ ਆ। ਸੋ ਜੇਕਰ ਆਪਾਂ ਗੱਲ ਕਰੀਏ, ਜਿਵੇਂ ਮੈਂ ਤੁਹਾਨੂੰ ਕੋਈ ਨਿਬੰਧਾਤਮਕ ਪ੍ਰਸ਼ਨ ਲਿਖਣ ਨੂੰ ਦੇਤਾ, ਠੀਕ ਹੈ ਜੀ, ਜਿਵੇਂ ਮੈਂ ਕਹਿਤਾ, ਜਿਵੇਂ ਕਿ SST ਵਾਲੇ ਜਿਹੜੇ ਵਿਦਿਆਰਥੀ ਹੋਣਗੇ, ਮੈਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਰਾਜਸਥਾਨ ਦੀ ਜਿਹੜੀ ਭੂਗੋਲਿਕ ਵੰਡ ਹੈ, ਠੀਕ ਹੈ ਜੀ, ਕਿ ਤੁਸੀਂ ਦੱਸੋ ਵੀ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ। ਵੈਸੇ ਦੋਸਤੋ ਇਹ ਜਿਹੜਾ ਮੈਂ ਤੁਹਾਨੂੰ ਪ੍ਰਸ਼ਨ ਦੱਸ ਰਿਹਾ ਨਾ, ਇਹ ਪ੍ਰਸ਼ਨ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਰਾਜਸਥਾਨ ਨੂੰ ਕਿੰਨੇ ਭੂਗੋਲਿਕ ਖੇਤਰਾਂ ਦੇ ਵਿੱਚ ਵੰਡਿਆ ਜਾ ਸਕਦਾ, ਜਾਂ ਤਾਂ ਫਿਰ ਰਾਜਸਥਾਨ ਦੇ ਵਿੱਚ ਵਰਖਾ ਜਿਹੜੀ ਹੁੰਦੀ ਆ ਵੀ ਉਹਦਾ ਨਾ ਹੋਣ ਦਾ ਕੀ ਕਾਰਨ ਹੈ। ਚਲੋ ਮੈਂ ਤੁਹਾਨੂੰ ਇਹ ਪ੍ਰਸ਼ਨ ਪੁੱਛਦਾ ਵੀ ਰਾਜਸਥਾਨ ਦੇ ਵਿੱਚ ਵਰਖਾ ਕਿਉਂ ਨਹੀਂ ਹੁੰਦੀ। ਸੋ ਜੇਕਰ ਤੁਸੀਂ ਉਹਦਾ ਜਿਹੜਾ ਜਵਾਬ ਲਿਖਦੇ ਹੋ, ਠੀਕ ਹੈ ਜੀ, ਸੋ ਜਿਹੜਾ ਤੁਸੀਂ ਉਹਦਾ ਜਵਾਬ ਲਿਖਦੇ ਹੋ, ਸੋ ਕਿਵੇਂ ਲਿਖੋਗੇ ਤੁਸੀਂ? ਸਾਰਿਆਂ ਨਾਲੋਂ ਪਹਿਲੀ ਗੱਲ ਕਿ ਤੁਸੀਂ ਆਪਦੇ ਵੱਲੋਂ ਵੀ ਕਾਫੀ ਉਹਦੇ ਵਿੱਚੋਂ ਗੱਲਾਂ ਐਡ ਕਰ ਸਕਦੇ ਹੋ, ਠੀਕ ਹੈ ਜੀ, ਤੇ ਆਪ ਦਾ ਕਹਿ ਸਕਦੇ ਆ ਜੀ ਕਿ ਜਿਵੇਂ ਕਿ ਜਿਹੜਾ ਤੁਸੀਂ ਪ੍ਰਸ਼ਨ ਲਿਖਿਆ ਤੇ ਉਹੀ ਕੀ ਪਤਾ ਤੁਹਾਡੇ ਨਾਲ ਦਾ ਉਹ ਪ੍ਰਸ਼ਨ ਜਿਹੜਾ ਤੁਸੀਂ ਸ਼ਬਦ ਲਿਖੋਗੇ ਕਿ ਜਿਹੜਾ ਤੁਹਾਡੇ ਨਾਲ ਬੈਠਾ ਕੀ ਉਹ ਵੀ ਉਹੀ ਲਿਖੂਗਾ? ਬਿਲਕੁਲ ਨਹੀਂ। ਸੋ ਆਪਸ਼ਨ ਨੰਬਰ ਜੇ ਆਪਾਂ ਡੀ ਨੂੰ ਵੇਖੀਏ ਵੀ ਨਕਲ ਦੀ ਸੰਭਾਵਨਾ ਘੱਟ ਹੁੰਦੀ ਹੈ, ਸੋ ਇਹ ਗੱਲ ਤਾਂ ਸਹੀ ਹੈ ਕਿ ਨਿਬੰਧਾਤਮਕ ਜਿਹੜੀ ਪ੍ਰੀਖਿਆ ਲਈ ਜਾਂਦੀ ਹੈ, ਸੋ ਇਹਦੇ ਵਿੱਚ ਸੰਭਾਵਨਾ ਤਾਂ ਬਹੁਤ ਹੀ ਘੱਟ ਹੁੰਦੀ ਹੈ। ਜੇਕਰ ਉਸ ਜਿਹੜਾ ਨਾਲ ਤੁਹਾਡੇ ਬੈਠਾ ਸੀਗਾ ਜੇ ਉਹਨੇ ਵੀ ਉਹੀ ਸੇਮ ਪ੍ਰਸ਼ਨ ਹੀ ਜਿਵੇਂ ਕਿ ਤੁਸੀਂ ਲਿਖ ਰਹੇ ਸੀਗੇ, ਫਿਰ ਟੀਚਰ ਨੂੰ ਤਾਂ ਪਤਾ ਲੱਗ ਜਾਊਗਾ ਕਿ ਇਹਨਾਂ ਦੋਵਾਂ ਨੇ ਨਕਲ ਕੀਤੀ ਆ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਡੀ ਵਿਸ਼ੇਸ਼ਤਾ ਹੈਗੀ ਹੈ, ਪ੍ਰਸ਼ਨ ਪੱਤਰ ਬਣਾਉਣ ਵਿੱਚ ਘੱਟ ਸਮਾਂ ਲੱਗਦਾ ਹੈ। ਸੋ ਇਹ ਗੱਲ ਤਾਂ ਸਹੀ ਹੈ। ਜਿਵੇਂ ਕਿ ਕੋਈ ਨਿਬੰਧਾਤਮਕ ਪ੍ਰਸ਼ਨ ਤੁਹਾਨੂੰ ਪੁੱਛਿਆ ਗਿਆ, ਸੋ ਇਹ ਤੁਹਾਨੂੰ ਕੀ ਲੱਗਦਾ, ਜਿਵੇਂ ਕਿ ਮੈਂ ਤੁਹਾਨੂੰ ਪੁੱਛ ਲਿਆ ਕਿ ਠੀਕ ਹੈ ਜੀ ਰਾਜਸਥਾਨ ਤੋਂ ਹੀ ਮੈਂ 10 ਪ੍ਰਸ਼ਨ ਬਣਾਉਣੇ ਆ, ਇਹ ਤਾਂ ਮੈਂ ਨਾਲ ਦੀ ਨਾਲ ਬਣਾ ਦੂੰਗਾ, ਠੀਕ ਹੈ ਜੀ, ਇਹਦੇ ਤੇ ਬਹੁਤਾ ਸਮਾਂ ਲੱਗਣਾ ਨਹੀਂ। 10 ਪ੍ਰਸ਼ਨ ਹੋਣਗੇ ਵੀ ਇਕੱਲਾ ਪ੍ਰਸ਼ਨ ਲਿਖਣਾ ਹੀ ਆ ਮੈਂ, ਤੇ ਬਣਾਉਣ ਦੀ ਜ਼ਿੰਮੇਵਾਰੀ ਮੇਰੀ, ਮੈਂ ਛੇਤੀ ਛੇਤੀ ਬਣਾ ਦੂੰਗਾ। ਸੋ ਇਹਦੇ ਵਿੱਚ ਘੱਟ ਸਮਾਂ ਲੱਗਦਾ। ਜੇਕਰ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਏ ਦੀ, ਆਪਸ਼ਨ ਨੰਬਰ ਏ ਕਿ ਅਨੁਮਾਨ ਨਾਲ ਪ੍ਰਸ਼ਨਾਂ ਦੇ ਉੱਤਰ ਨਹੀਂ ਦਿੱਤੇ ਜਾ ਸਕਦੇ। ਸੋ ਕਿਤੇ ਨਾ ਕਿਤੇ ਤੁਸੀਂ ਇਹਦੇ ਵਿੱਚ ਇਹ ਗੱਲ ਵੀ ਇੱਥੇ ਸਹੀ ਲਿਖੀ ਹੋਈ ਆ, ਠੀਕ ਹੈ ਜੀ, ਜੋ ਕੁਝ ਤੁਹਾਨੂੰ ਪ੍ਰਸ਼ਨ ਪੁੱਛਿਆ ਹੋਇਆ ਜੇਕਰ ਤੁਹਾਨੂੰ ਨਹੀਂ ਆਉਂਦਾ, ਵੈਸੇ ਗੱਲ ਬੇਸ਼ੱਕ ਤੁਸੀਂ ਗੱਲ ਗੋਲ ਮੋਲ ਵਿੱਚ ਕਰ ਸਕਦੇ ਹੋ, ਬਟ ਕਿਤੇ ਨਾ ਕਿਤੇ ਸਾਰਾ ਹੀ ਤੁਸੀਂ ਅਨੁਮਾਨ ਨਹੀਂ ਲਗਾ ਸਕਦੇ। ਸੋ ਇਹ ਗੱਲ ਠੀਕ ਹੈ ਜੀ। ਬਟ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਬੀ ਦੀ, ਠੀਕ ਹੈ ਜੀ, ਕਿਉਂਕਿ ਇਹੀ ਆਪਣਾ ਜਿਹੜਾ ਸਹੀ ਜਵਾਬ ਹੈ। ਸੋ ਇੱਥੇ ਤੁਹਾਨੂੰ ਇਹੀ ਦੱਸਿਆ ਜਾ ਰਿਹਾ ਕਿ ਜਾਂਚ ਕਾਰਜ ਲਈ ਘੱਟ ਮਿਹਨਤ ਤੇ ਸਮਾਂ ਲੱਗਦਾ ਹੈ। ਸੋ ਜੇ ਇਹੋ ਜਿਹਾ ਐਸੇ ਟਾਈਪ ਪ੍ਰਸ਼ਨ ਪੁੱਛੇ ਜਾ ਰਹੇ ਆ, ਸੋ ਕਿਤੇ ਨਾ ਕਿਤੇ ਇਹਨਾਂ ਲਈ ਜਦੋਂ ਇਹਨਾਂ ਦੀ ਜਾਂਚ ਕਰਨੀ ਆ, ਉਹਨਾਂ ਦੇ ਲਈ ਜਿਹੜਾ ਟਾਈਮ ਹੈ ਜੀ ਉਹ ਬਹੁਤ ਹੀ ਜ਼ਿਆਦਾ ਲੱਗਦਾ ਹੁੰਦਾ। ਸੋ ਘੱਟ ਮਿਹਨਤ ਨਹੀਂ ਲੱਗਦੀ। ਜੇਕਰ ਮੈਂ ਕੋਈ ਪ੍ਰਸ਼ਨ ਤੁਹਾਡਾ ਚੈੱਕ ਕਰਨਾ ਹੋਵੇ, ਸੋ ਇੱਥੇ ਬਹੁਤ ਹੀ ਜ਼ਿਆਦਾ ਟਾਈਮ ਹੈ ਜੀ, ਸਮਾਂ ਹੈ ਜੀ, ਉਹ ਟੀਚਰ ਦਾ ਲੱਗ ਜਾਂਦਾ ਹੁੰਦਾ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈ ਇਹ ਤੁਹਾਡਾ ਸਹੀ ਜਵਾਬ ਹੈ ਕਿ ਇਹ ਨਿਬੰਧਾਤਮਕ ਪ੍ਰੀਖਿਆ ਬਾਰੇ ਜਿਹੜੀ ਗੱਲ ਦੱਸੀ ਗਈ ਹੈ ਇਹ ਗਲਤ ਗੱਲ ਦੱਸੀ ਗਈ ਹੈ। ਸੋ ਆਪਸ਼ਨ ਨੰਬਰ ਬੀ ਤੁਹਾਡਾ ਸਹੀ ਜਵਾਬ ਹੈ। ਉਮੀਦ ਕਰਦਾ ਜੀ ਤੁਹਾਨੂੰ ਜਿਹੜਾ ਸੈਸ਼ਨ ਹੈ ਜੀ ਹੈਲਪਫੁਲ ਲੱਗਿਆ ਹੋਊਗਾ। ਬਹੁਤ ਸਾਰੇ ਜਿਹੜੇ ਪ੍ਰਸ਼ਨ ਹੋਣਗੇ ਤੁਹਾਨੂੰ ਇਹਨਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ। ਬਾਕੀ ਦੋਸਤੋ ਸੈਸ਼ਨ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਸੈਸ਼ਨ ਨੂੰ ਲਾਈਕ ਕਰ ਸਕਦੇ ਹੋ, ਤੇ ਦੋਸਤੋ ਆਪਦੇ ਦੋਸਤਾਂ ਨਾਲ ਵੀ ਜ਼ਰੂਰ ਇਸ ਸੈਸ਼ਨ ਨੂੰ ਸ਼ੇਅਰ ਕਰ ਦਿਆ ਕਰੋ। ਤੇ ਆਪਾਂ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਰਾਤ ਦੇ 9 ਵਜੇ। ਸੋ ਇਸ ਸੈਸ਼ਨ ਨੂੰ ਕਰਦੇ ਹਾਂ ਖਤਮ, ਤੇ ਦੋਸਤੋ PDF ਨੂੰ ਡਾਊਨਲੋਡ ਕਰ ਲਈ। ਜਿਹੜਾ ਆਪਣਾ ਟੈਲੀਗ੍ਰਾਮ ਚੈਨਲ ਹੈ ਤੁਸੀਂ ਉਹਨੂੰ ਵੀ ਜੁਆਇਨ ਜ਼ਰੂਰ ਕਰ ਲਿਓ, ਤੇ ਉੱਥੇ ਸਾਰੀਆਂ ਹੀ PDFs ਨੂੰ ਤੁਸੀਂ ਪ੍ਰਾਪਤ ਹੈ ਜੀ ਉਹ ਕਰ ਸਕਦੇ ਹੋ। ਸੋ ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।